ਤੁਹਾਡਾ ਸਵਾਗਤ ਹੈ। ਆ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਮੋਗਾ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਦੀ 2 ਸਾਲਾ ਬੇਟੀ ਨੂੰ ਕਾਰ ਨੇ ਦਰੜ ਦਿੱਤਾ। ਪਰਿਵਾਰ ਮੁਤਾਬਕ ਕੁੜੀ ਆਪਣੀ ਭੂਆ ਦੇ ਨਾਲ ਬਾਜ਼ਾਰ ਗਈ ਸੀ, ਜਿੱਥੇ ਕਾਰ ਨੇ ਟੱਕਰ ਮਾਰ ਦਿੱਤੀ ਤੇ ਹਸਪਤਾਲ ਵਿੱਚ ਬੱਚੀ ਦੀ मौत हो गई। बहरहाल हादसे की सारी वीडियो सीसीटीवी कैमरे में रिकॉर्ड हो चुकी है तो पुलिस जांच में जुट गई। क्या हादसा हुआ? हमारे बहन थी और छोटी कुड़ी को लेकर गई, सामान था लेने के लिए। हम भी तुरंत चला गए फिरोजपुर। फिर वहाँ से हमने आए, पता लगाए कि बेटी एक्सीडेंट करके वो चला गया कहीं, और लड़की को कुड़ी को पूजनी और कुड़ी को छोड़ दिया अलग। गुरुद्वारा पहचानता था, वो ने 100 रुपये भाड़ा दिया। टेम्पो वाले ने आकर अस्पताल में छोड़ गया। हमने फिर यहाँ पर देखा कहीं नहीं मिले, फिर ढूंढ के थाने पर गए हैं। थाने से आए फिर यहाँ दोबारा देखें तो यहाँ पर हमने आए पूछे कि अस्पताल में कि वो लड़की एक्सपायर हो गई। 2 ਸਾਲ ਦੀ ਬੱਚੀ ਸੀ, ਅੰਜਲੀ ਸੀ ਨਾਮ ਉਹਦਾ। ਆਪਣੇ ਕੋਲੇ ਆਈ ਹੈਗੀ ਆ ਤੇ ਉਹਦੇ ਸਿਰ 'ਚ ਕਾਫੀ ਸੱਟਾਂ ਵੱਜੀਆਂ ਹੋਈਆਂ ਸੀ, ਹੋਰ ਵੀ ਸੱਟਾਂ ਸੀ ਤੇ ਉਹ ਜਦੋਂ ਆਈ ਆ ਆਉਣ ਤੋਂ ਪਹਿਲਾਂ ਹੀ ਉਹ ਐਕਸਪਾਇਰ ਹੋ ਚੁੱਕੀ ਸੀ। ਇੱਥੇ ਆਪਾਂ ਬਰੌਡ ਡੈਡ ਡਿਕਲੇਅਰ ਕੀਤੀ ਹੈਗੀ ਆ ਬੱਚੀ। पूजा आज क्या हुआ तुम्हारे साथ? मैं गई था सौदा लिए तो बच्ची को कन्ना में लिए थी, बस वो ढसोरा मार के हाथ से छूट गई। पहिया तेरे बच्ची पर गई, हमें भी पहिया तेरे पर गई। पहिया से इधर जब बच्ची को उठाने चला तब बच्ची को 200 उठा के ले लिया कन्ना में। तब मुझे 200 उठाया है। ਪ੍ਰਸਿੱਧ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਨੂੰ ਉਹਨਾਂ ਦੇ ਮੋਬਾਈਲ ਤੇ ਕਿਸੇ ਅਣਜਾਣ ਵਿਅਕਤੀ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਤੇ ਕਿਹਾ ਗਿਆ ਹੈ ਕਿ ਇਸ ਵਾਰ ਉਹਨਾਂ ਨੂੰ ਦੀਵਾਲੀ ਨਹੀਂ ਦੇਖਣ ਦਿੱਤੀ ਜਾਵੇਗੀ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਅਤੇ ਸ਼ਿਵ ਸੈਨਾ ਦੇ ਪ੍ਰਧਾਨ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਵੀ ਉਹਨਾਂ ਦੇ ਘਰ ਕੁਝ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਦੀ ਸੀਸੀਟੀਵੀ ਫੁਟੇਜ ਵੀ ਉਹਨਾਂ ਨੇ ਪੁਲਿਸ ਨੂੰ ਦਿੱਤੀ ਸੀ ਅਤੇ ਫਿਰ ਉਹਨਾਂ ਦੇ ਘਰ ਦੇ ਬਾਹਰ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਵੀ ਲਗਾਏ ਗਏ। ਪਰ ਅੱਜ ਕਿਸੇ ਅਣਜਾਣ ਵਿਅਕਤੀ ਵੱਲੋਂ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਸੰਤੋਖ ਸਿੰਘ ਗਿੱਲ ਅੱਜ ਤਕਰੀਬਨ ਕੋਈ 1:30 ਵਜੇ ਮੈਂ ਬਿਆਸ ਤੋਂ ਤਰਨਤਾਰਨ ਨੂੰ ਆ ਰਿਹਾ ਸੀ। ਰਸਤੇ ਵਿੱਚ ਜੰਡਿਆਲੇ ਦੇ ਲਾਗੇ ਇੱਕ ਮੈਨੂੰ ਕਾਲ ਆਉਂਦੀ ਆ। ਉਹਦੇ ਵਿੱਚ ਮੈਨੂੰ ਕਾਫੀ ਕੁਝ ਕਿਹਾ ਜਾਂਦਾ, ਇੱਕ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਆ। ਉਹ ਪਤਾ ਨਹੀਂ ਆਪਣਾ ਨਾਂ ਕੋਈ ਹੈਪੀ ਦੱਸ ਰਿਹਾ। ਹੁਣ ਮੈਂ ਤਾਂ ਕਿਸੇ ਹੈਪੀ ਨੂੰ ਨਹੀਂ ਜਾਣਦਾ। ਇਸ ਤੋਂ ਪਹਿਲਾਂ ਵੀ ਕਿ 2019 ਦੇ ਵਿੱਚ 5ਵੇਂ ਮਹੀਨੇ 'ਚ ਜਦੋਂ ਮੈਂ ਲੋਕ ਸਭਾ ਦੀ ਇਲੈਕਸ਼ਨ ਲੜੀ ਸੀ, ਉਦੋਂ ਵੀ 2 ਨੌਜਵਾਨਾਂ ਨੇ ਆ ਕੇ ਮੇਰੇ ਘਰ ਫਾਇਰਿੰਗ ਵਗੈਰਾ ਕੀਤੀ ਸੀ। ਉਦੋਂ ਵੀ ਕੰਪਲੇਂਟ ਦਿੱਤੀ ਗਈ ਸੀ ਪੁਲਿਸ ਨੂੰ, ਪਰ ਕੋਈ ਐਕਸ਼ਨ ਨਹੀਂ ਲਿਆ ਗਿਆ ਉਹਦੇ 'ਤੇ। ਇਸ ਚੀਜ਼ ਦੀ ਜਾਂਚ ਕੀਤੀ ਜਾਵੇ, ਇਹ ਕੌਣ ਆ ਬੰਦੇ, ਕਿਉਂਕਿ 2019 ਤੋਂ ਲੈ ਕੇ ਹੁਣ 2022 ਹੋ ਗਿਆ, ਹਾਲੇ ਤੱਕ ਇੱਕ ਵੀ ਇਹਨਾਂ ਨੇ ਕੋਈ ਵਿਅਕਤੀ ਇਸ ਚੱਕਰ ਦੇ ਵਿੱਚ ਕੋਈ ਗ੍ਰਿਫਤਾਰ ਨਹੀਂ ਕੀਤਾ। ਮੈਂ ਚਾਹੁੰਦਾ ਕਿ ਜਲਦੀ ਤੋਂ ਜਲਦੀ ਇਹ ਜਿਹੜੇ ਫੋਨ ਕਰ ਰਹੇ ਆ ਇਹਨਾਂ ਨੂੰ ਜਿਹੜਾ ਕਿ ਅਰੈਸਟ ਕੀਤਾ ਜਾਵੇ। ਬਟਾਲਾ ਦੇ ਇਲਾਕੇ ਸਟਾਫ ਰੋਡ ਮੁਰਗੀ ਮਹੱਲੇ ਵਿੱਚ ਉਸ ਸਮੇਂ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਆਪਣੇ ਘਰ ਵਿੱਚ ਇਕੱਲੇ ਰਹਿੰਦੇ ਗੁਰਮੀਤ ਸਿੰਘ ਦਾ ਦਿਨ ਦਿਹਾੜੇ ਲੁੱਟ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਗੁਰਮੀਤ ਸਿੰਘ ਪੇਸ਼ੇ ਵਜੋਂ ਆਯੁਰਵੈਦਿਕ ਵੈਦ ਦਾ ਕੰਮ ਕਰਦੇ ਸੀ ਤੇ ਘਰ ਦੇ ਬਾਹਰ ਹੀ ਦੁਕਾਨ ਖੋਲ ਰੱਖੀ ਸੀ। ਬਹਰਾਲ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ। ਰੰਜਿਸ਼ ਜਾਬ ਦੀ ਇਹਨਾਂ ਦੀ ਆਪਸੀ ਕੋਈ ਡਾਕਟਰ ਸਾਹਿਬ ਨੇ ਰੰਜਿਸ਼ ਜਾਬ ਦੀ ਵੈਰੀਫਾਈ ਕਰਨ ਨੇ ਇੱਕ ਬੰਦਾ ਫੜ ਲਿਆ ਵਾ ਤੇ ਹਥਿਆਰ ਵਗੈਰਾ ਬਰਾਮਦ ਹੋ ਗਏ। ਵੈਰੀਫਾਈ ਕਰਨ ਦੇ ਰੰਜਿਸ਼ ਕੀ ਹੈ। ਸਟਾਫ ਰੋਡ ਤੇ ਜੀ ਡਾਕਟਰ ਗੁਰਮੀਤ ਸਿੰਘ ਸਾਡੇ ਜਿਹਨੇ ਪ੍ਰਧਾਨ ਨੇ ਸਾਡੇ ਯੂਨੀਅਨ ਦੇ, ਹਾਂਜੀ ਜ਼ਿਲ੍ਹਾ ਪ੍ਰੈਜ਼ੀਡੈਂਟ ਹੈਗੇ ਨੇ। ਤੇ 11:30 ਵਜੇ ਨਾਲ ਮਤਲਬ ਕਿ ਸੰਸਕਾਰ ਕਰਨ ਤੋਂ ਬਾਅਦ ਇੱਥੇ ਘਰ ਆਏ। ਸਾਡੇ ਇੱਕ ਡਾਕਟਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਉਸ ਤੋਂ ਬਾਅਦ ਇੱਥੇ ਆਪਣੀ ਕਲੀਨਿਕ ਤੇ ਆਏ ਤੇ ਕਲੀਨਿਕ ਤੇ ਆਣ ਕੇ ਵੇਖੋ ਹੁਣ ਸਾਰਾ ਪਤਾ ਲੱਗਣ ਦਾ ਟੀਵੀ ਵੀ ਚੱਲਣ ਦਿਆ ਆ। ਕੋਈ ਲੜ ਘੁਲ ਕੇ ਗਏ ਆ, ਗੱਡੀ ਦੇ ਖੂਨ ਪਿਆ ਆ, ਲੜਦੇ ਘੁਲਦੇ ਉੱਧਰ ਗਏ, ਕਿਉਂਕਿ ਇੰਨੀ ਜਾਣ ਤਾਂ ਹੈਗੀ ਕਿ ਇੱਕ ਦੋ ਨਾਲ ਲੜ ਸਕਦੇ ਸੀ। ਬਾਕੀ ਉਹ ਜ਼ਿਆਦਾ ਜਾਣੇ ਹੁਣ ਕਿਰਚਾਂ ਵੱਜੀਆਂ, ਸਿਰ 'ਚ ਵੱਜੀਆਂ, ਪੇਟ 'ਚ ਵੱਜੀਆਂ। ਤੇ ਹੁਣ ਜਦੋਂ ਸਾਨੂੰ ਪਤਾ ਲੱਗਾ ਤੇ ਘੱਟ ਤੋਂ ਘੱਟ 2-2.5 ਘੰਟੇ ਬਾਅਦ ਪਤਾ ਲੱਗਾ। ਉਹ ਵੀ ਕਿਸੇ ਨੇ ਉੱਤੋਂ ਚੁਬਾਰੇ ਤੋਂ ਵੇਖਿਆ ਆ ਵੀ ਦਰਵਾਜ਼ਾ ਖੁੱਲ੍ਹਾ, ਡਾਕਟਰ ਇੱਧਰੋਂ ਕੋਈ ਪੇਸ਼ੈਂਟ ਆਇਆ ਤਾਂ ਉਹਨੇ ਖੜਕਾਉਂਦਾ ਅੰਦਰ ਗਿਆ ਆ ਵੀ ਡਾਕਟਰ ਸਾਹਿਬ ਆਵਾਜ਼ ਮਾਰਨ ਦੇ ਤੋਂ ਨਹੀਂ ਉਹਨੂੰ ਦਿਖੀ। ਫਿਰ ਉਹ ਯਕਦਮ ਭੱਜ ਕੇ ਤੇ ਬਾਹਰ ਨੂੰ ਆ ਕੇ ਰੌਲਾ ਪਾਇਆ। ਤੇ ਘਰ 'ਚ ਕੌਣ ਸੀਗਾ? ਘਰ 'ਚ ਕੋਈ ਨਹੀਂ ਹੈਗਾ। ਘਰ 'ਚ ਮਿਸੀ ਦੀ ਡੈਥ ਹੋ ਚੁੱਕੀ ਆ। ਹਾਂਜੀ, ਉਹਨਾਂ ਦੀ ਡੈਥ ਹੋ ਗਈ ਸੀ ਕਾਫੀ ਚਿਰ। ਬੇਟਾ ਜਿਹੜਾ ਬਾਹਰ ਰਹਿੰਦਾ ਆ
ਤੇ ਉਹ ਕਾਫੀ ਚਿਰ ਤੋਂ ਬਾਹਰ ਹੈ, ਇਹ ਬਾਹਰ ਜਾਣ ਵਾਲੇ ਸੀ ਬੇਟੇ ਕੋ। ਹਾਇਰ ਐਜੂਕੇਸ਼ਨ ਇੰਸਟੀਚਿਊਟ EMPLOYEES ਐਸੋਸੀਏਸ਼ਨ ਪੰਜਾਬ ਵੱਲੋਂ ਬਰਨਾਲਾ ਵਿਖੇ ਪ੍ਰੋਫੈਸਰ ਹੇਮੰਤ ਵਾਟਸ ਦੀ ਅਗਵਾਈ ਵਿੱਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰ ਅਤੇ ਨਾਨ ਟੀਚਿੰਗ ਸਟਾਫ ਨੇ ਹਿੱਸਾ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਹੇਮੰਤ ਵਾਟਸ ਨੇ ਦੱਸਿਆ ਕਿ ਸਰਕਾਰੀ ਕਾਲਜਾਂ ਵਿੱਚ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਦੇ ਨਾਮ ਤੇ ਵੱਖਰੇ ਕੋਰਸ ਚਲਾਏ ਜਾਂਦੇ ਹਨ, ਜਿਸ ਦੀ ਮਨਜ਼ੂਰੀ 2006 ਵਿੱਚ ਪੰਜਾਬ ਸਰਕਾਰ ਨੇ ਦਿੱਤੀ ਸੀ। ਉਸ ਵੇਲੇ ਸਰਕਾਰ ਨੇ ਇਹ ਵੀ ਹਦਾਇਤ ਦਿੱਤੀ ਸੀ ਕਿ ਇਹ ਸੁਸਾਇਟੀਆਂ ਪੰਜਾਬ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਦੇ ਅਧੀਨ ਕਾਰਜ ਕਰਨਗੀਆਂ। ਪਰ ਅਫਸੋਸ ਹੈ ਕਿ ਅੱਜ 16 ਸਾਲ ਬੀਤ ਜਾਣ ਦੇ ਬਾਅਦ ਵੀ ਨਾ ਤਾਂ ਪੰਜਾਬ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ ਬਣਾਈ ਗਈ। कॉलेज कपूरथला तो मैं तो HEI सोसाइटी ਦੇ ਅੰਡਰ ਜੌਬ ਕਰ ਰਹੇ ਹਾਂ ਗਵਰਨਮੈਂਟ ਕਾਲਜ ਕਪੂਰਥਲਾ ਦੇ ਵਿੱਚ। तो ਅੱਜ ਅਸੀਂ ਸਾਰੇ ਇੱਥੇ ਜਿੰਨੇ ਵੀ ਇਕੱਠੇ ਹੋਏ ਆ ਲੱਖ ਸਰਕਾਰੀ ਕਾਲਜਸ ਤੋਂ HEI सोसाइटी ਦੇ ਅੰਡਰ। तो ਸਰ ਸਾਡਾ ਮੇਨ ਇਹੀ ਹੈ ਕਿ ਸਾਨੂੰ ਸਾਰੇ ਕਾਲਜਸ ਵਿੱਚ ਅਲੱਗ-ਅਲੱਗ ਰੂਲਸ ਫੋਲੋ ਕੀਤੇ ਜਾਂਦੇ ਹੈ। ਸਾਰੇ ਕਾਲਜਸ ਵਿੱਚ ਕੋਈ 10 ਮਹੀਨੇ ਸੈਲਰੀ ਦੇ ਰਿਹਾ ਹੈ, ਕੋਈ 12 ਮਹੀਨੇ ਸੈਲਰੀ ਦੇ ਰਿਹਾ, ਕਿਸੇ ਨੂੰ 10 ਮਹੀਨੇ ਬਾਅਦ ਰਿਲੀਵ ਕੀਤਾ ਜਾ ਰਿਹਾ, ਕਿਸੇ ਨੂੰ 12 ਮਹੀਨੇ ਬਾਅਦ। ਔਰ ਸਾਰੇ ਦਾ ਸੈਲਰੀ ਦਾ ਵੀ ਡਿਫਰੈਂਟ ਹੈ। ਕੋਈ ਬਹੁਤ ਮਤਲਬ ਇੱਕ ਤਾਂ ਸੈਲਰੀ ਬਹੁਤ ਥੋੜੀ ਸੈਲਰੀ ਮਿਲ ਰਹੀ ਹੈ, ਉਹ ਸੈਲਰੀ ਜਿਹੜੀ ਹੈ ਗੁਜ਼ਾਰੇ ਲਾਇਕ ਵੀ ਨਹੀਂ ਹੈ। ਈਵਨ ਬਾਕੀ ਤਾਂ ਚਲੋ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਤਾਂ ਜੋ ਵੀ ਹੈ, ਪਰ ਗੁਜ਼ਾਰੇ ਲਾਇਕ ਵੀ ਨਹੀਂ ਹੈ। ਔਰ ਉਹ ਵੀ ਸਾਨੂੰ 10 ਮਹੀਨੇ 12 ਮਹੀਨੇ ਸੈਲਰੀ ਦੇ ਕੇ ਗੁਜ਼ਾਰਾ ਕੀਤਾ ਜਾ ਰਿਹਾ। ਤਾਂ ਸਾਡੀ ਮੇਨ ਜਿਹੜੀ ਮੰਗ ਹੈ ਉਹ ਇਹੀ ਹੈ ਕਿ ਸਾਡੀ ਸੁਸਾਇਟੀ ਦਾ ਕੇਂਦਰੀਕਰਨ ਕੀਤਾ ਜਾਵੇ ਔਰ ਸਾਨੂੰ ਸਾਰਿਆਂ ਨੂੰ ਇੱਕ ਰੂਲ ਫੋਲੋ ਕੀਤਾ ਜਾਵੇ ਸਾਰੇ ਪੰਜਾਬ ਦੇ ਵਿੱਚ ਸਾਰੇ ਕਾਲਜਸ ਦੇ ਵਿੱਚ, ਤਾਂ ਕਿ ਸਾਰਿਆਂ ਨੂੰ ਸੇਮ ਸੈਲਰੀ ਮਿਲ ਸਕੇ ਔਰ 12 ਮਹੀਨੇ ਜਿਹੜੀ ਹੈ ਜੌਬ ਦਿੱਤੀ ਜਾਵੇ। ਪ੍ਰੋਫੈਸਰ ਹੇਮੰਤ ਵਾਟਸ ਗਵਰਨਮੈਂਟ ਕਾਲਜ ਸ਼੍ਰੀ ਮੁਕਤਸਰ ਸਾਹਿਬ। ਅੱਜ ਜਿਹੜਾ ਧਰਨਾ ਲਾਇਆ ਕਿੱਥੇ ਲਾਇਆ ਤੇ ਕੀ ਕਾਰਨ? ਅੱਜ ਅਸੀਂ ਇਹ ਧਰਨਾ ਜਿਹੜਾ ਹੈਗਾ ਬਰਨਾਲਾ ਤੇ ਆਪਣਾ ਕਚਹਿਰੀ ਚੌਂਕ 'ਚ ਲਾਇਆ ਹੈ ਤੇ ਅਸੀਂ ਆਪਣਾ ਮੀਥੇਰ ਸਾਹਿਬ ਦੀ ਆਪਣੀ ਕੋਠੀ ਦਾ ਅਸੀਂ ਘਿਰਾਓ ਕਰਨਾ ਹੈ। ਸਾਡਾ ਇਹ ਧਰਨਾ ਲਾਉਣ ਦਾ ਮਕਸਦ ਇਹ ਹੈ ਕਿ ਜਿਹੜੇ ਵੱਖ-ਵੱਖ ਸਾਰੇ ਪੰਜਾਬ 'ਚ ਸਰਕਾਰੀ ਕਾਲਜਾਂ ਵਿੱਚ ਸੁਸਾਇਟੀਆਂ ਚੱਲ ਰਹੀਆਂ ਨੇ HEI ਦੇ ਨਾਮ ਤੇ, ਇਹਨਾਂ ਸੁਸਾਇਟੀਆਂ ਵਿੱਚ ਜਿਹੜੇ ਪ੍ਰੋਫੈਸਰ ਕੰਮ ਕਰ ਰਹੇ ਹੈ ਉਹਨਾਂ ਦਾ ਪਿਛਲੇ 16 ਸਾਲ ਤੋਂ ਸ਼ੋਸ਼ਣ ਹੋ ਰਿਹਾ ਹੈ। ਇਹ ਸੁਸਾਇਟੀਆਂ 2006 ਤੋਂ ਚੱਲ ਰਹੀਆਂ ਨੇ। 2006 ਤੋਂ ਸਕੂਲ ਲੈਵਲ ਤੇ ਕਾਲਜ ਲੈਵਲ ਤੇ ਪੈਰਲਲ ਜਿਹੜੀਆਂ ਸੁਸਾਇਟੀਆਂ ਸ਼ੁਰੂ ਕੀਤੀਆਂ ਗਈਆਂ। ਸਕੂਲ ਲੈਵਲ ਤੇ ਇੱਕ ਸੁਸਾਇਟੀ ਬਣਾਈ ਗਈ ਜਿਹਦਾ ਨਾਮ ਪਿਕਟਸ ਹੈ। ਅੱਜ ਉਹਨਾਂ ਦੇ ਮੁਲਾਜ਼ਮਾਂ ਨੂੰ ਸਰਕਾਰ ਨੇ ਪੱਕਾ ਵੀ ਕਰਤਾ। ਬਟ ਜਿਹੜੇ ਕਾਲਜ ਲੈਵਲ ਤੇ 16 ਸਾਲ ਤੋਂ ਸੁਸਾਇਟੀਆਂ ਚੱਲ ਰਹੀਆਂ ਨੇ, ਇਹ ਸੁਸਾਇਟੀਆਂ ਵਿੱਚ ਵੱਖ-ਵੱਖ ਕਾਲਜਾਂ ਦੀ ਵੱਖ-ਵੱਖ ਸੁਸਾਇਟੀਆਂ ਨੇ ਜਿੱਥੇ ਸਾਨੂੰ ਸਿਰਫ 9 ਤੋਂ 10 ਮਹੀਨੇ ਤਨਖਾਹ ਮਿਲਦੀ ਹੈ। ਇੱਥੇ ਉਹ ਵੀ ਬਹੁਤ ਘੱਟ ਮਿਲਦੀ ਹੈ, 15 ਤੋਂ ਲੈ ਕੇ 25,000 ਤੱਕ ਮਿਲਦੀ ਹੈ। ਇੱਥੋਂ ਤੱਕ ਕਿ ਸਾਡੇ ਜਿਹੜੇ ਫੀਮੇਲ ਸਟਾਫ ਹੈ ਉਹਨਾਂ ਨੂੰ ਮੈਟਰਨਿਟੀ ਲੀਵ ਤੱਕ ਨਹੀਂ ਮਿਲਦੀ। ਲੁਧਿਆਣਾ ਦੇ ਕਬੀਰ ਬਸਤੀ ਧੂਰੀ ਲਾਈਨ ਸ਼ਾਤਲਾਈ ਮੰਦਰ ਨੇੜੇ ਰਹਿਣ ਵਾਲੀ ਔਰਤ ਸੁਸ਼ਮਾ ਰੇਲਵੇ ਸਟੇਸ਼ਨ ਪਰ ਕੁਲੀ ਵਜੋਂ ਕੰਮ ਕਰ ਰਹੀ ਹੈ। ਸੁਸ਼ਮਾ ਨੇ ਦੱਸਿਆ ਕਿ ਉਸ ਦਾ ਪਤੀ ਰੋਹਿਤ ਲੰਬੇ ਸਮੇਂ ਤੋਂ ਬਿਮਾਰ ਹੈ। ਘਰ ਦੀ ਆਰਥਿਕ ਹਾਲਤ ਅਤੇ ਬੱਚਿਆਂ ਦੀ ਸਿੱਖਿਆ ਨੂੰ ਦੇਖਦੇ ਹੋਏ ਉਸਨੇ ਰੇਲਵੇ ਸਟੇਸ਼ਨ ਤੇ ਕੁਲੀ ਦਾ ਕੰਮ ਸ਼ੁਰੂ ਕਰ ਦਿੱਤਾ। ਪਤਨੀ ਮੁਤਾਬਿਕ ਉਸਦੇ ਪਤੀ ਨੂੰ ब्रेन ट्यूमर है तो उसे करके उसने कुली का काम करना पै रहा है। बड़ी मुश्किल से मिला है सर, ऐसे थोड़ी मिला है। क्या हो गया? बार बार चक्कर, कभी ये कागज बनवाओ कभी ये कागज बनवाओ, ऐसे लगे रहे। कभी कुछ कमी ही रहती है, फिर अब आखिर में मिल ही गया। क्या कारण था आपको कुली का काम करना पड़ा? तो मेरे घर वाला बीमार पड़ा है, कम से कम 4-5 लॉकडाउन के बाद काम ही नहीं किया उसने। लॉकडाउन ऐसा लगा कि सब कुछ तहस नहस हो गया। तो बीमार थे, क्या कारण था बीमारी थी? उसको दौरे पड़ते थे। अच्छा। दौरों से फिर बोला डॉक्टर ऑपरेशन कराओ। फिर ऑपरेशन करा लिया, फिर सही रहे कुछ दिन, तो फिर अब बिल्कुल ही डेड हो गए। डॉक्टरों ने जवाब दे दिया है। तो उनका इलाज कहाँ चला था? अब तो कहीं नहीं चला रहे, डॉक्टर के पास लेकर जाते बोलते इसकी सेवा बाड़ी करो, घर पर ही रखो। तो कोई ब्रेन ट्यूमर हो गया था? हाँ। तो कितना खर्चा हो गया ये? खर्चे का तो पता नहीं, जब तो वो खुद ही करते थे, पता नहीं मेरे को। तो अभी कितने बच्चे वगैरह? एक लड़का है मेरे को। कितने साल का है बच्चा? 10वीं साल में लगा हुआ है। पढ़ता है? हाँ, 4th क्लास में है। तो अभी उसका बोझ, अपने घर वाले का बोझ और बच्चे का बोझ आप उठा रहे हैं? हाँ, मैं खुद ही उठा रही हूँ। तो ये आपका घर वाला क्या काम करता था? यही काम करता था कुली का। उसी का बैज आपको मिला हाँ है? जी, उसी का भेज है। तो अभी आपको मजबूरी होकर ये काम करना पड़ा है? हाँ। इससे अलावा और भी कई काम थे आप कर सकते थे, जैसे सर ये किसी और को देंगे फिर क्या फ़ायदा है? कभी ना कभी तो क्या पता कोई भगवान जाग जाए तो कोई तुक्के वगैरह में हो जाए, इसलिए नहीं दिया किसी। तो जैसे अभी सामान लेकर आते हैं आपके पास, जो पैसेंजर आते हैं, औरत देखकर घबरा नहीं जाते आप? ऐसे कितना सामान खींचोगे? देते हैं भाई, नहीं उठवा
उठवाना, कई कहते उठवा लो, कोई बात नहीं, कर देगी लेडीज। सबासी भी दे के जाते हैं, हिम्मत दे के जाते हैं कई लोग। तो ये आप कितने घंटे यहाँ पे ड्यूटी करते हो स्टेशन पे? ड्यूटी तो सुबह 5 बजे से है, पर 8 बजे भी घर का भी रोटी पानी सब्जी बच्चा भी देखना है, उसको भी भेज के स्कूल में फिर आती हूँ 8 खाना भी बना कर आते हो फिर? हाँ, खाना भी बनाते, सब काम घर का करके फिर यहाँ आती हूँ। जैसे आप अकेली लेडीज कुली हो, बाकी जेंट्स से आपको किसी तरह की कोई परेशानी तो नहीं आती है? नहीं नहीं, कोई परेशानी नहीं। आपके जैसे एक दूसरे की मदद करते हैं, ऐसे नहीं हेल्प करते हैं यहाँ पे? ये परेशान नहीं करते। कहाँ के रहने वाले हो आप? यहीं के हैं, लुधियाना से। कितने साल से रह रहे हैं? मैं किसी टाइम में मेरा ससुर रहता था यहाँ, 30-40 साल हो गए हमें तो यहाँ लुधियाना में रहते थे। तो घर वाले आप कुली का काम करते थे यहाँ पे? तो अभी जैसे मजबूरी है आपके, इतनी मुश्किल में आप ये काम कर रहे हो कुली का, अभी सुबह से आप दोपहर हो गई है, बोनी वगैरह की है आपने? नहीं किया, आज तो हो ही नहीं है बोनी बिल्कुल। तो फिर 1 रुपया नहीं कमाया आज तो मैंने। जैसे अभी सुबह से खड़े हो, 5 बजे से सुबह खड़े हो, अब क्या करें, हो जाएगी, अब यही तसल्ली है दिल को। भगवान के ऊपर आस्था है? वही उसके ऊपर ही आस्था है। ਸ਼੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਕੋਟਲੀ ਅਬਲੂ ਚ ਬੀਤੇ ਸ਼ੁੱਕਰਵਾਰ ਨੂੰ ਇੱਕ ਨੌਜਵਾਨ ਨੇ ਆਪਣੇ ਪਿਤਾ ਦਾ ਸਿਰ ਵਿੱਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਤੇ ਫਰਾਰ ਹੋ ਗਿਆ। ਉਹ ਆਪਣੇ ਪਿਤਾ ਨੂੰ ਆਪਣੇ ਵਿਆਹ ਕਰਵਾਉਣ ਲਈ ਕਹਿੰਦਾ ਰਿਹਾ, ਪਰ ਪਿਤਾ ਉਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਿਹਾ ਸੀ। ਵਾਰਦਾਤ ਨੂੰ ਅੰਜਾਮ ਦੇਣ ਸਮੇਂ ਕਥਿਤ ਮੁਲਜ਼ਮ ਪੁੱਤਰ ਸ਼ਰਾਬ ਪੀ ਰਿਹਾ ਸੀ। ਪੁਲਿਸ ਥਾਣਾ ਕੋਟ ਭਾਈ ਨੇ ਉਸ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ। ਰਾਤੀ ਸਾਨੂੰ ਲੇਟ ਆਵਰ ਮੈਸੇਜ ਮਿਲਿਆ SHO ਸਾਹਿਬ ਨੂੰ, ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀਨੀਅਰ ਅਫਸਰਾਂ ਨੂੰ, ਇੱਕ ਬਲਦੇਵ ਸਿੰਘ ਦੀ ਮੌਤ ਹੋ ਗਈ ਆ। ਜਦੋਂ ਅਸੀਂ ਮੌਕੇ 'ਤੇ ਪਹੁੰਚੇ ਦੇਖਿਆ ਤਾਂ ਬਲਦੇਵ ਸਿੰਘ ਦੀ ਮੌਤ ਹੋ ਗਈ। ਉਹਦੇ ਬੇਟੇ ਨੇ ਮਨਜਿੰਦਰ ਸਿੰਘ ਨੇ ਉਹਦਾ ਕਤਲ ਕਰਤਾ, ਜਿਹਦਾ ਅਸੀਂ ਬਿਆਨ 'ਤੇ ਪਰਚਾ ਦਰਜ ਕਰਤਾ ਉਹਦੇ ਦੂਜੇ ਬੇਟੇ ਦੇ ਬਿਆਨ 'ਤੇ, ਤੇ ਦੋਸ਼ੀ ਦੀ ਭਾਲ ਜਾਰੀ ਹੈ। ਕੋਈ ਕਾਰਨਾਂ ਦਾ ਪਤਾ ਲੱਗਿਆ? ਕਾਰਨਾਂ ਦਾ ਉਹ ਗ੍ਰਿਫਤਾਰੀ 'ਚ ਪਤਾ ਲੱਗੂਗਾ ਕੀ ਹੈ, ਕੀ ਕਾਰਨ ਕਰਕੇ ਉਹਨੇ। ਬਟਾਲਾ ਦੇ ਲక్ష్ਮੀ ਪੈਲੇਸ ਨਜ਼ਦੀਕ ਉਸ ਵੇਲੇ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਕਾਰ ਅਤੇ ਮੋਟਰਸਾਈਕਲ ਦੀ ਮਾਮੂਲੀ ਟੱਕਰ ਤੋਂ ਬਾਅਦ ਹੋਈ ਤਕਰਾਰਬਾਜ਼ੀ ਦੌਰਾਨ ਕਾਰ ਸਵਾਰ ਧਿਰ ਦੇ ਵੱਲੋਂ ਮੋਟਰਸਾਈਕਲ ਸਵਾਰ ਉਤੇ ਫਾਇਰਿੰਗ ਕਰ ਦਿੱਤੀ ਗਈ। ਇਸ ਫਾਇਰਿੰਗ ਦੌਰਾਨ ਮੋਟਰਸਾਈਕਲ ਸਵਾਰ ਚਰਨਜੀਤ ਨੇ ਭੱਜ ਕੇ ਆਪਣੀ ਜਾਨ ਬਚਾਈ। ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ। ਇਤਲਾਹ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਟੀਮ ਵੱਲੋਂ ਜਾਂਚ ਸ਼ੁਰੂ ਕੀਤੀ ਗਈ। ਮੈਂ ਜੀ ਬਜਾਜ ਦੇ ਵਿੱਚ ਰਿਕਵਰੀ ਕਰਦਾ ਜੀ, ਤੇ ਮੈਨੂੰ ਮੈਨੇਜਰ ਸਾਹਿਬ ਦਾ ਫੋਨ ਆਇਆ ਵਾ ਕਿ ਦਫ਼ਤਰ ਆ। ਮੈਂ ਪਿੰਡੋਂ ਨਿਕਲਿਆ ਦਫ਼ਤਰ ਲਈ, ਤੇ ਰਾਹ ਦੇ ਵਿੱਚ ਲక్ష్ਮੀ ਪੈਲੇਸ ਦੇ ਲਾਗੇ ਚਰਾਇਆ ਪੈਂਦਾ ਜੀ। ਮੈਂ ਉੱਥੋਂ ਮੁੜ ਨਹੀਂ ਲੱਗਾ ਵਾ, ਤੇ ਅੱਗੋਂ ਇਹਨਾਂ ਦੀ ਗੱਡੀ ਬੜੀ ਤੇਜ਼ ਆਉਣ ਡਈ ਸੀ। ਗੱਡੀ ਦਾ ਨੰਬਰ ਹੈਗਾ ਵਾ PB 580021 ਇਹਨਾਂ ਤੇਜ਼ ਆਉਣ ਡੇ, ਅੱਗੇ ਲਿਆ ਕੇ ਖਿਲਾਰਤੀ ਹੈ, ਤੇ ਸ਼ੀਸ਼ਾ ਥੱਲੇ ਕਰਕੇ ਕਹਿੰਦੇ ਅੰਨਾ ਆ ਮੈਂ ਭੌਣ ਡਿਆ ਮੈਂ। ਤੇ ਮੈਂ ਕਿਹਾ ਭਾਜੀ ਮੈਂ ਤਾਂ ਠੀਕ ਆਉਣ ਡਿਆ। ਇੰਨੀ ਗੱਲ ਹੋਈ ਹੈ, 2 ਜਣੇ ਸੀਗੇ ਗੱਡੀ ਦੇ ਵਿੱਚ, ਉਤਰਦਿਆਂ ਸਾਰੇ ਇਹਨਾਂ ਮੇਰੇ ਚਪੇੜਾਂ ਮਾਰਨੇ ਸ਼ੁਰੂ ਕਰਤੀਆਂ ਨੇ। ਠੀਕ ਹੈ ਜੀ, ਫਿਰ ਮੈਂ ਅੱਗੋਂ ਧੱਕੇ ਮਾਰੇ ਆ, ਤੇ ਇਹਨਾਂ ਫਾਇਰ ਕਰਨੇ ਸ਼ੁਰੂ ਕਰਤੇ ਆ। ਇਹਨਾਂ 8-9 ਫਾਇਰ ਇਹਨਾਂ ਕੀਤੇ ਆ ਜੀ ਮੇਰੇ ਤੇ। ਪੰਜਾਬ ਦੇ ਖੁਰਾਕ ਸਿਵਲ ਸਪਲਾਈ ਖਪਤਕਾਰ ਮਾਮਲੇ ਮੰਤਰੀ ਲਾਲਚੰਦ ਕਟਾਰੂ ਚੱਕ ਰਾਤ ਦੇ ਸਮੇਂ ਮੰਡੀਆਂ 'ਚ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ। ਉਹਨਾਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਦੌਰਾ ਕਰਕੇ ਜਿੱਥੇ ਫਸਲ ਦੀ ਬੋਲੀ ਲਗਵਾਈ, ਉੱਥੇ ਹੀ ਕਿਸਾਨਾਂ ਤੋਂ ਪ੍ਰਬੰਧਾਂ ਦੀ ਜ਼ਮੀਨੀ ਹਕੀਕਤ ਵੀ ਜਾਣੀ। ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਵਿੱਚ ਵਾਤਾਵਰਣ ਬਚਾਉਣ ਸੰਬੰਧੀ ਜਾਗਰੂਕ ਮੁਹਿੰਮ ਵੀ ਚਲਾ ਰਹੇ ਹਾਂ। ਉਹਨਾਂ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ ਤਾਂ ਜੋ ਪੰਜਾਬ ਦਾ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚ ਸਕੇ। ਪਰਪਸ ਤਾਂ ਬਹੁਤ ਸਪਸ਼ਟ ਹੈ ਜੀ। ਗਵਰਨਮੈਂਟ ਦਾ ਸੀਜ਼ਨ ਚੱਲ ਰਿਹਾ ਪੰਜਾਬ ਦੇ ਅੰਦਰ, ਔਰ ਪੰਜਾਬ ਸਾਡਾ ਖੇਤੀਬਾੜੀ ਬੇਸ ਦਾ ਸਟੇਟ ਹੈਗੀ ਹੈ। ਸੋ ਪੂਰੇ ਪੰਜਾਬ ਦੇ ਅੰਦਰ ਸੀਜ਼ਨ ਚੱਲ ਰਿਹਾ। ਸੋ ਮੈਂ ਵੱਖ-ਵੱਖ ਜ਼ਿਲ੍ਹਿਆਂ 'ਚ ਜਦੋਂ ਦਾ ਸੀਜ਼ਨ ਸ਼ੁਰੂ ਹੋਇਆ ਜਾ ਰਿਹਾ, ਸੋ ਅੱਜ ਮੈਂ ਪੰਜਾਬ ਦੀਆਂ 2 ਵੱਡੀਆਂ ਮੰਡੀਆਂ ਖੰਨਾ ਔਰ ਜਗਰਾਉਂ ਦੇ ਵਿੱਚ ਆਇਆ। ਪਹਿਲੋਂ ਜਗਰਾਉਂ ਸੀਗਾ, ਹੁਣ ਮੈਂ ਖੰਨੇ 'ਚ ਆਇਆ। ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਹੈ ਸਾਡੀ ਇਹ। ਬੜੀ ਮਤਲਬ ਖੁਸ਼ੀ ਵਾਲੀ ਗੱਲ ਵੀ ਮੈਂ ਜਿੱਥੇ ਆਇਆ। ਔਰ ਸਾਡੇ ਬਹੁਤ ਹੀ ਹਰਮਨ ਪਿਆਰੇ MLA ਤਨਪ੍ਰੀਤ ਜੀ ਜਿਹੜੇ ਇਸ ਹਲਕੇ ਤੋਂ ਨੁਮਾਇੰਦਗੀ ਕਰਦੇ ਨੇ, ਔਰ ਸਾਡੇ DC ਮੈਡਮ ਔਰ तमाम ਜਿਹੜੇ ਸਾਡੇ ਅਧਿਕਾਰੀ ਸਾਹਿਬਾਨ ਨੇ, SSP ਖੰਨਾ, ਜਿਹੜੇ ਲਗਾਤਾਰ ਇਸ ਮੰਡੀ ਨਾਲ ਜੁੜੀਆਂ ਸਮੱਸਿਆਵਾਂ ਦੇਖ ਰਹੇ ਨੇ ਤੇ ਉਹਦਾ ਹੱਲ ਕੱਢ ਰਹੇ ਆ। ਸੋ ਮੈਨੂੰ ਇਹ ਉਮੀਦ ਆ ਕਿ ਜਿਸ ਕਿਸਮ ਦਾ ਥਰੂ ਆਊਟ ਵਰਲਡ ਇੱਕ ਸਿਨੈਰੀਓ ਬਣਿਆ ਹੋਇਆ, ਮੈਨੂੰ ਲੱਗਦਾ ਵੀ ਪੈਡੀ ਦਾ ਸੀਜ਼ਨ ਸਾਡਾ ਬੜਾ ਸ਼ਾਨਦਾਰ ਰਹੂਗਾ।
ਨਾ ਕੇਵਲ ਕਿਸਾਨਾਂ ਦੇ ਲਈ ਬਲਕਿ ਮਿਲਰਸ ਦੇ ਲਈ ਵੀ ਔਰ ਆੜਤੀ ਭਰਾਵਾਂ ਦੇ ਲਈ ਵੀ ਬੜਾ ਅੱਛਾ ਰਹਿਣ ਦੀ ਸੰਭਾਵਨਾ। ਸੋ ਸ਼ੁਰੂਆਤ ਬਹੁਤ ਅੱਛੀ ਹੋਈ ਹੈ ਸਾਡਾ ਸਮੂਥਲੀ। ਪੰਜਾਬ ਦੇ ਅੰਦਰ ਭਾਰਤ ਸਰਕਾਰ ਨੇ ਸਾਨੂੰ 1.84 ਲੱਖ ਮੀਟਰ ਟਨ ਦਾ ਟਾਰਗੇਟ ਦਿੱਤਾ, ਜਿਹੜਾ ਅਸੀਂ ਕੇਂਦਰੀ ਭੰਡਾਰ 'ਚ ਪਾਣਾ, ਔਰ ਉਹਦੇ ਲਈ ਅਸੀਂ ਪੂਰੇ ਬੰਦੋਬਸਤ ਕੀਤੇ ਆ, ਚਾਹੇ ਬੋਰੀਆਂ ਦਾ ਸਵਾਲ ਹੋਵੇ, ਚਾਹੇ ਸਾਡੀ CCL ਦਾ। ਸੋ ਖੁਸ਼ੀ ਇਸ ਗੱਲ ਦੀ ਆ ਕਿ ਪੰਜਾਬ ਦੇ ਅੰਦਰ ਹੁਣ ਤੱਕ ਲਗਭਗ 7.5 ਲੱਖ ਮੀਟਰ ਟਨ ਜਿਹੜਾ ਉਹ ਮੰਡੀ 'ਚ ਅਰਾਈਵਲ ਆ ਗਈ ਹੈ, ਅਤੇ ਆਲਮੋਸਟ 7 ਲੱਖ ਦੇ ਕਰੀਬ 7 ਲੱਖ ਮੀਟਰ ਟਨ ਜਿਹੜਾ ਉਹ ਪੰਜਾਬ ਦੇ ਅੰਦਰ ਜਿਹੜਾ ਉਹਦੀ ਬੋਲੀ ਹੋ ਚੁੱਕੀ ਹੈ, ਖਰੀਦਾ ਜਾ ਚੁੱਕਿਆ। ਤੇ ਅਨਾਜ ਮੰਡੀ ਖੰਨਾ ਦੇ ਕਾੜਤੀ ਵੱਲੋਂ ਮਾਰਕੀਟ ਕਮੇਟੀ ਦੇ ਸਕੱਤਰ ਤੇ ਪੱਖਪਾਤ ਕਰਨ ਦੇ ਦੋਸ਼ ਲਗਾਏ ਗਏ ਹਨ। ਮੰਡੀ 'ਚ 21 ਨੰਬਰ ਦੁਕਾਨ ਦੇ ਮਾਲਕ ਗੁਰਤੇਜ ਸਿੰਘ ਨੇ ਕਿਹਾ ਕਿ ਉਹ ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਦੇ ਵਤੀਰੇ ਕਾਰਨ 15 ਤੋਂ 20 ਦਿਨਾਂ ਤੋਂ ਪਰੇਸ਼ਾਨ ਹਨ। ਉਸ ਦੇ ਕੋਲ ਜ਼ਿਮੀਂਦਾਰ ਜ਼ਿਆਦਾ ਹਨ ਤੇ ਉਸ ਨੂੰ ਰੋਹਣ ਮੰਡੀ 'ਚ ਫੜ ਮਿਲਿਆ ਹੈ। ਜ਼ਿਆਦਾ ਜ਼ਿਮੀਂਦਾਰ ਹੋਣ ਕਰਕੇ ਉਸ ਦੀ ਦੁਕਾਨ ਤੇ ਫਸਲ ਵੀ ਜ਼ਿਆਦਾ ਆ ਰਹੀ ਹੈ, ਜਦਕਿ ਉਸ ਦੇ ਨਾਲ ਫੜ 'ਚ ਫਸਲ ਕਾਫੀ ਘੱਟ ਆ ਰਹੀ ਹੈ, ਜਿਸ ਕਰਕੇ ਉਸਨੇ ਸਕੱਤਰ ਸੁਰਜੀਤ ਸਿੰਘ ਫੜ ਵਧਾਉਣ ਦੀ ਮੰਗ ਕੀਤੀ, ਪਰ ਸਕੱਤਰ ਨੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ। ਹਾਂਜੀ ਸਰ, ਕੀ ਨਾਮ ਹੈ ਜੀ ਤੁਹਾਡਾ? ਹਾਂਜੀ, ਮੇਰਾ ਨਾਮ ਹੈ ਜੀ ਗੁਰਤੇਜ ਸਿੰਘ। ਮੈਂ ਦਾਣਾ ਮੰਡੀ ਖੰਨਾ 'ਚ ਆੜਤ ਦੀ ਦੁਕਾਨ ਕਰਦਾ। ਮੇਰੀ ਦੁਕਾਨ ਦਾ ਨੰਬਰ 21 ਆ, ਸੁਰਜੀਤ ਸਿੰਘ ਸ਼ੇਰਗਿੱਲ ਐਂਡ ਕੰਪਨੀ। ਮੈਨੂੰ ਨਾ ਜੀ 10-15 ਦਿਨਾਂ ਤੋਂ ਮੈਂ ਸੈਕਟਰੀ ਸਾਹਿਬ ਕੋਲੇ ਤੇ SDM ਸਾਹਿਬ ਕੋਲੇ ਤੇ ਤਹਿਸੀਲਦਾਰ ਸਾਹਿਬ ਕੋਲੇ ਬਹੁਤ ਵਾਰੀ ਰਿਕੁਐਸਟ ਕਰੀ ਆ ਕਿ ਮੇਰੇ ਕੋਲੇ ਫੜ ਥੋੜਾ, ਇਸ ਕਰਕੇ ਮੇਰੇ ਜ਼ਿਮੀਂਦਾਰਾਂ ਨੂੰ ਬਹੁਤ ਦਿੱਕਤ ਆਉਂਦੀ ਆ। ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਨਾਲ ਦੀ ਦੁਕਾਨ ਆ ਜੋ ਬਾਲਮਕੰਦ ਐਂਡ ਕੰਪਨੀ, ਉਹਨਾਂ ਕੋਲੇ ਫੜ ਜ਼ਿਆਦਾ ਆ, ਵੀ ਮੈਨੂੰ ਥੋੜਾ ਘਣਾ ਫੜ ਉਧਰੋਂ ਲੈ ਦਿੱਤਾ ਜਾਵੇ। ਪਰ ਸੈਕਟਰੀ ਸਾਹਿਬ ਨੇ ਮੇਰੀ ਕੋਈ ਗੱਲ ਨਹੀਂ ਸੁਣੀ। SDM ਸਾਹਿਬ ਨੇ ਵੀ ਉਹਨਾਂ ਨੂੰ ਕਈ ਵਾਰੀ ਰਿਕੁਐਸਟ ਕਰੀ ਆ ਵੀ ਇਹਨਾਂ ਦੀ ਜੈਨੂਅਨ ਪ੍ਰੋਬਲਮ ਆ, ਇਹਦਾ ਹੱਲ ਕੀਤਾ ਜਾਵੇ, ਪਰ ਸੈਕਟਰੀ ਸਾਹਿਬ ਦੇ ਕੋਈ ਵੀ ਕੰਨਾਂ ਤੇ ਜੂੰ ਨਹੀਂ ਸਰਕੀ। ਤੇ ਜਦ ਕਿ ਉਹ ਇੱਥੇ 3-4 ਹੋਰ ਫਰਮਾਂ ਦਾ ਫੜ ਪਹਿਲਾਂ ਵਧਾ ਚੁੱਕਿਆ, ਜੋ ਕਿ ਅਨਅਫੀਸ਼ੀਅਲੀ ਵਧਾਇਆ, ਰਿਕਾਰਡ 'ਚ ਕਿਤੇ ਨਹੀਂ, ਬਸ ਆਪਣੀ ਸੈਟਿੰਗ ਕਰਕੇ ਉਹਨਾਂ 3-4 ਫਰਮਾਂ ਨੂੰ ਫੜ ਦਿੱਤਾ। ਤੇ ਮੰਡੀ ਦੇ ਬਾਹਰ 4-5 ਫੜ ਚੱਲਦੇ ਨੇ ਜਿਹੜੇ ਕਿ ਲੀਗਲ ਨੇ, ਉਹ ਚੱਲ ਨਹੀਂ ਸਕਦੇ, ਉਹ ਸਿਰਫ ਸੈਕਟਰੀ ਸਾਹਿਬ ਦੀ ਸੈਟਿੰਗ ਨਾਲ ਚੱਲਦੇ ਨੇ। ਸਾਡੇ ਕੋਲੇ ਜਗ੍ਹਾ ਨਹੀਂ ਹੈਗੀ, ਗਵਾਂਢੀਆਂ ਕੋਲੇ ਸਾਨੂੰ ਉਹ ਕੋਈ ਜਗ੍ਹਾ 'ਚ ਮਾਲ ਨਹੀਂ ਲਾਉਣ ਦਿੰਦੇ। ਜੇ ਅਸੀਂ ਸੈਕਟਰੀ ਸਾਹਿਬ ਨੂੰ ਕਹਿੰਦੇ ਹਾਂ, ਉਹ ਉਲਟਾ ਸਾਨੂੰ ਡਰਾਉਂਦੇ ਜਾਂ ਧਮਕਾਉਂਦੇ ਨੇ। ਨਹੀਂ ਜੀ, ਮੈਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦਾ। ਉਹਨਾਂ ਦਾ ਜਿਹੜਾ ਕੰਮ ਆ ਜ਼ਿਆਦਾ ਬੜਾ, ਇੱਕ ਸ਼ੈਲਰ ਆ ਉਹਨਾਂ ਦਾ, ਇੱਕ ਫਲੋਰ ਮਿਲ ਆ, ਉਹ ਪਾਵਰਫੁਲ ਬੰਦੇ ਨੇ ਜੀ, ਉਹ ਐਂ ਹੋ ਜੂ ਜੀ ਫਲਾਨਾ ਹੋ ਜੂ, ਮੈਨੂੰ ਉਲਟਾ ਧਮਕਾਉਂਦੇ ਆ। ਜਦੋਂ ਹੁਣ ਪਰਸੋਂ ਚੌਥੇ ਰਾਤ ਨੂੰ ਸੈਕਟਰੀ ਸਾਹਿਬ ਇੱਥੇ ਸਾਡਾ ਰੌਲਾ ਪੈ ਗਿਆ, ਅਸੀਂ ਟਰਾਲੀ ਲਾਉਣਗੇ, ਸਾਡੇ ਤਾਂ ਸੱਦੇ ਤੇ ਉਹ ਦਿਨ 'ਚ ਵੀ ਨਹੀਂ ਆਉਂਦੇ, ਇਹਨਾਂ ਦੇ ਸੱਦੇ ਤੇ ਰਾਤ ਨੂੰ ਵੀ ਇੱਥੇ 10 ਵਜੇ ਮੇਰੀਆਂ ਟਰਾਲੀਆਂ ਰੋਕਣ ਖਾਤਰ ਆਏ ਨੇ। ਬਠਿੰਡਾ ਵਿਖੇ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਅੱਜ ਜਿੱਥੇ ਪੂਰੀ ਦੁਨੀਆ 'ਚ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ, ਉੱਥੇ ਬਠਿੰਡਾ ਵਿਖੇ ਈਦਗਾਹ ਤੋਂ ਮੁਹੰਮਦ ਦੇ ਜਲੂਸ ਸ਼ੁਰੂ ਹੋ ਕੇ ਸਿਰਕੀ ਬਾਜ਼ਾਰ, ਸਦਭਾਵਨਾਵਾਂ ਚੌਂਕ, ਫਾਇਰ ਬ੍ਰਿਗੇਡ, ਹਨੂਮਾਨ ਚੌਂਕ, ਬੱਸ ਸਟੈਂਡ ਹੁੰਦਾ ਹੋਇਆ ਬਾਬਾ ਹਾਜੀ ਰਤਨ ਤੇ ਸਮਾਪਤ ਹੋਇਆ ਤੇ ਆਪਣੇ ਦੇਸ਼ ਅਤੇ ਸੂਬੇ ਲਈ ਅਮਨ ਸ਼ਾਂਤੀ ਦੀ ਦੁਆ ਕੀਤੀ ਗਈ। ਕੀ ਕਹਿਣਾ ਚਾਹੋਗੇ ਅੱਜ ਦਾ ਦਿਹਾੜਾ ਮਨਾਇਆ? ਬਿਸਮਿल्लाहिर्रहमानिर्रहीम। मैं मोहम्मद रमज़ान नईमी अशरफी, इमाम जामा मस्जिद किकर बाज़ार बठिंडा ਅਤੇ सदर आल इंडिया उलमा मशाइख बोर्ड पंजाब। ਅੱਜ ਜਸ਼ਨ ਈਦ ਮਿਲਾਦੁਨ-ਨਬੀ ਸੱਲੱਲਾਹੁ ਅਲੈहि ਵਸੱਲਮ ਯਾਨੀ ਕਿ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦਾ ਜਨਮ ਦਿਹਾੜਾ ਹੈ। ਸਭ ਤੋਂ ਪਹਿਲਾਂ ਮੈਂ ਪੂਰੇ ਆਲਮ ਇਸਲਾਮ, ਪੂਰੇ ਦੇਸ਼ ਵਾਸੀਆਂ ਨੂੰ ਤੇ ਆਪਣੇ तमाम मुल्क के बाशिंदियां नूं हज़रत मुहम्मद सल्लल्लाहु अलैहि वसल्लम के जन्म दिहाड़े की बहुत बहुत मुबारकबाद पेश करता हाँ, क्योंकि ये 1451वां जन्म दिहाड़ा है जिहड़ा कि पूरी दुनिया के अंदर ये मनाया जा रहा है। तो इसी तरह ही बठिंडा शरीफ के अंदर मदरसा जामिया अशरफ बाबा हाजी रतन इस्लामिया स्कूल ईदगाह विखे भी इत्थे पंजाब के तमाम मुस्लिम भाईचारे के नाल साडा सिख भाईचारा, साडा हिंदू भाईचारा, साडा ईसाई भाईचारा भी इस प्रोग्राम के अंदर शामिल होया है, क्योंकि हज़रत मुहम्मद सल्लल्लाहु अलैहि वसल्लम का पैगाम है कि इंसान आपस च मुहब्बत करे, क्योंकि ਤਰਨਤਾਰਨ ਦੇ ਮੁੰਡਾ ਪਿੰਡ ਤੇ ਘੜਕਾ ਤੇ ਗੁਜਰਪੁਰਾ ਨਾਲ ਲੱਗਦੇ ਬਿਆਸ ਦਰਿਆ ਦਾ ਬੰਨ ਟੁੱਟਣ ਨਾਲ ਕਈ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ 'ਚ ਬਰਬਾਦ। ਸੰਪਰਦਾ ਕਾਰ ਸੇਵਾ ਸਰਹਾਲੀ ਦੇ ਮੁਖੀ ਬਾਬਾ ਸੁੱਖਾ ਸਿੰਘ ਜੀ ਵੱਲੋਂ
ਸੰਗਤਾਂ ਦੇ ਸਹਿਯੋਗ ਨਾਲ ਬੰਨ ਬੰਨਣ ਦੀ ਸੇਵਾ ਆਰੰਭ। ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ। ਲੋਕਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਮੰਤਰੀ ਨਹੀਂ ਪੁੱਜਿਆ ਹੁਣ ਤੱਕ। ਬੰਨ ਟੁੱਟ ਗਿਆ ਜੀ, 2.5-3 ਮਹੀਨੇ ਹੋ ਗਏ ਬੰਨ ਟੁੱਟੇ ਨੂੰ। ਝੋਨਾ ਸਾਡਾ ਸਾਰਾ ਮਾਰਿਆ ਗਿਆ ਵਾ, ਨਾ ਕੋਈ ਡੰਗਰਾਂ ਦਾ ਫਸਲ ਦਾ ਕੋਈ ਸਾਡਾ ਚਾਰਾ ਵੀ ਨਹੀਂ ਰਿਹਾ। ਅਸੀਂ ਧੰਨਵਾਦ ਕਰਦੇ ਬਾਬਾ ਸੁੱਖਾ ਸਿੰਘ ਦਾ, ਜਿਨ੍ਹਾਂ ਨੇ ਸਾਡੀ ਆਣ ਕੇ ਬਾਂਹ ਫੜੀ ਆ, ਸਾਰ ਲਈ ਆ, ਜਿਨ੍ਹਾਂ ਨੂੰ ਅੱਜ 8-10 ਦਿਨ ਹੋ ਗਏ ਪੂਰੇ ਜ਼ੋਰ ਦੇ ਨਾਲ ਬੰਨ ਬੰਨਣ ਡਏ ਆ। ਪਰ ਪਾਣੀ ਜ਼ਿਆਦਾ ਹੋ ਕਰਕੇ ਉਹ ਵੀ ਸਾਡੇ ਤੋੜੇ ਜਿਹੜੇ ਆ ਰੋਜ਼ ਰੁੜ ਜਾਂਦੇ ਆ। ਫਿਰ ਬਾਬਾ ਜੀ ਨਵੇਂ ਮੰਗਾਉਂਦੇ ਆ, ਉਹ ਬੇਨਤੀ ਕਰਨ ਡਏ ਸਰਕਾਰ ਨੇ, ਨਾ ਸਾਡਾ ਮੌਜੂਦਾ ਐਮਐਲਏ ਨੇ ਪਤਾ ਲਿਆ ਵੀ ਪਾਣੀ ਘਟਾ ਦਿਆਂ। ਵਾਰ-ਵਾਰ ਜਿਹੜੇ ਜ਼ਿੰਮੇਵਾਰ ਬੰਦੇ ਉਹਨਾਂ ਨੇ ਬੇਨਤੀ ਵੀ ਕੀਤੀ, ਪਰ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ ਵੀ ਇਹ ਪਾਣੀ ਦਾ ਲੈਵਲ ਘਟਾ ਦਈਏ, ਜਿਹੜਾ ਸੌਖਾ ਬੰਨ ਵੱਜ। ਇਹੋ ਹੀ ਬੇਨਤੀਆਂ ਵਾ ਵੀ ਸਾਡੀ ਜਿਹੜੀ ਅਸੀਂ ਮੰਗ ਇਹੋ ਕਰਦੇ ਹਾਂ ਵੀ ਜਿਹੜਾ ਐਮਐਲਏ ਆ ਸਾਡਾ ਭਗਵੰਤ ਮਾਨ, ਜਦੋਂ ਐਮਪੀ ਸੀ ਉਦੋਂ ਵੀ ਵੇਖ ਕੇ ਗਿਆ ਸਾਡੇ ਮੰਡ ਦਾ ਏਰੀਆ, ਪਰ ਹੁਣ ਤੇ ਮੁੱਖ ਮੰਤਰੀ ਆ ਮੌਕੇ ਦਾ। ਮੰਗ ਇਹ ਕਰਦੇ ਹਾਂ ਵੀ ਹੁਣ ਸਾਡੇ ਨਾਲ ਸਰਕਾਰ ਕੋਈ ਹੈਲਪ ਕਰੇ, ਸਾਡੀ ਆਣ ਕੇ ਬਾਂਹ ਫੜੇ, ਸਾਡੀ ਸਾਰ ਲਵੇ, ਸਾਡਾ ਬੰਨ ਬਣਾਵੇ ਦਰਿਆ ਦਾ, ਪਾਣੀ ਘੱਟ ਕਰੇ। ਅੱਜ ਕਿਹੜੇ ਐਮਐਲਏ ਤੁਹਾਡੇ ਕੋਲ ਆਏ ਆ, ਕੀ ਭਰੋਸਾ ਦਿੱਤਾ ਸਾਨੂੰ? ਅੱਜ ਸਰਦਾਰ ਰਾਣਾ ਸਾਹਿਬ ਆਏ ਆ, ਇਹਨਾਂ ਭਰੋਸਾ ਦਵਾਇਆ ਵਾ ਵੀ ਪਹਿਲਾਂ ਵੀ ਸਾਡੀ ਇਹਨਾਂ ਸਦਨ 'ਚ ਗੱਲ ਕੀਤੀ, ਬਹੁਤ ਇਹਨਾਂ ਦਾ ਧੰਨਵਾਦ ਕਰਦੇ ਹਾਂ। ਹੁਣ ਵੀ ਸਾਡਾ ਇਹਨਾਂ ਨੇ ਸਾਰ ਲਈ ਆਣ ਕੇ, ਹਾਲੇ ਕਿ ਸਰਕਾਰ ਵੀ ਨਹੀਂ ਇਹਨਾਂ ਦੀ ਮੌਕੇ ਤੇ, ਫਿਰ ਵੀ ਸਾਡੀ ਇਹ ਬਾਂਹ ਫੜ ਡਏ ਆ। ਤੇ ਜਿਹੜੇ ਆਮ ਵਾਲੇ ਉਹ ਜਿਨ੍ਹਾਂ ਸਾਡੇ ਕੋਲ ਵੋਟਾਂ ਲਈਆਂ ਉਹ ਵੜੇ ਹੀ ਨਹੀਂ ਇੱਥੇ। ਜਿਹੜਾ ਇਹ ਬੰਨ ਟੁੱਟਿਆ ਨਾ, ਇਹ 100% ਸਰਕਾਰ ਦੀ ਮੈਂ ਕਹੂੰਗਾ ਅਣਗਹਿਲੀ ਕਰਕੇ ਟੁੱਟਿਆ। ਮੈਂ ਇਹ ਮੁੱਦਾ 45 ਦਿਨ ਪਹਿਲਾਂ ਪ੍ਰੈਸ ਕਾਨਫਰੰਸ ਰਾਹੀਂ ਵੀ ਦੱਸਿਆ ਸੀ ਸਰਕਾਰ ਨੂੰ ਕਿ ਇਹ ਕੰਮ ਹੋਣਾ। ਉਸ ਤੋਂ ਬਾਅਦ ਸੈਸ਼ਨ 'ਚ ਵੀ ਚੱਕਿਆ ਇਹ ਮੁੱਦਾ, ਠੀਕ ਹੈ ਨਾ, ਪਰ ਕਿਸੇ ਨੇ ਉਹਦੇ ਤੇ ਕੋਈ ਗੌਰ ਨਹੀਂ ਕੀਤਾ। ਤੇ ਅੱਜ ਜਿਹੜੀ ਚੀਜ਼ ਹੋਈ ਹੈ ਸਰਕਾਰ ਦੀ ਅਣਗਹਿਲੀ ਕਰਕੇ ਹੋਈ ਹੈ, ਵੱਧ ਪਾਣੀ ਛੱਡਣ ਕਰਕੇ ਹੋਈ ਹੈ ਪਿੱਛੋਂ, ਨੰਬਰ 1। ਨੰਬਰ 2, ਹਰੀਕੇ ਤੋਂ ਪਾਣੀ ਨਹੀਂ ਰਿਲੀਜ਼ ਹੋ ਰਿਹਾ, ਉਸ ਕਰਕੇ ਹੋਈ ਆ। ਤੇ ਉਹ ਜਿਹੜਾ ਪਾਣੀ ਹਰੀਕੇ ਵਾਲਾ ਲੋਕਾਂ ਦੇ ਖੇਤਾਂ 'ਚ ਤੁਰਿਆ ਫਿਰਦਾ, ਜਿਹੜਾ ਅੱਗੇ ਜਾਣਾ ਚਾਹੀਦਾ ਸੀ। ਨਸ਼ਾ ਇੱਧਰ ਮਿਲਦਾ ਹੈ ਸੰਬੰਧੀ ਪਿੰਡਾਂ ਵਿੱਚ ਬੋਰਡ ਲਗਾਏ ਜਾਣ ਤੋਂ ਬਾਅਦ ਅੱਜ ਬਠਿੰਡਾ ਪੁਲਿਸ ਵੱਲੋਂ ਤੜਕੇ ਸਾਰ ਹੀ ਸਬ ਡਿਵੀਜ਼ਨ ਮੋੜ ਮੰਡੀ ਅਤੇ ਬਠਿੰਡਾ ਦਿਹਾਤੀ ਦੇ ਹਲਕਿਆਂ ਦੇ ਪਿੰਡਾਂ ਵਿੱਚ ਕੀਤੀ ਛਾਪੇਮਾਰੀ। ਐਸਐਸਪੀ ਬਠਿੰਡਾ ਜੋ ਇੰਚਾਰਜ ਦੀ ਅਗਵਾਈ ਵਿੱਚ ਐਸਪੀ, ਡੀਐਸਪੀ ਅਤੇ ਕਈ ਥਾਣਿਆਂ ਦੀ ਪੁਲਿਸ ਫੋਰਸ ਨਾਲ ਪਿੰਡਾਂ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਸ਼ੱਕੀ ਲੋਕਾਂ ਦੇ ਘਰਾਂ ਵਿੱਚ ਕੀਤੀ ਗਈ ਛਾਪੇਮਾਰੀ। आज बठिंडा पुलिस वालों मेरे नाल एक एसपी, 2 डीएसपी साहिबान, 5 एसएचओ और बारी फोर्स लेके असी एक तो सबसे पहले मोड़ हल्का दे विच पिंड जोधपुर पाकड़ और दूसरा बठिंडा दिहाती हल्के दे विच पिंड कोट फतेह, इन दोनों एरिया दे विच नशा के लेकिन नशा तस्कर को काबू करने लई भारी मात्रा की फोर्स लेके असी चेकिंग की गई है। पिछले कुछ दिनों के विच इन पिंड के बीच में किसी वालों एक बोर्ड लगाया गया है, इतने नशा मिलता, चिट्टा मिलता है। उसके कारण असी ये दोनों पिंड की टारगेट करके आइडेंटिफाई करा के कार्डन करके असी सर्चिंग कर रहे हैं। हुण सर्चिंग के दौरान जो नशा तस्कर हैं उनके बारे में जो साढ़े कोल जो इंफॉर्मेशन है उन्होंने घर पूरी चेकिंग की गई। अभी भी तलाशी चल रही है। पूरी तलाशी चलने के बाद कंप्लीट होने के बाद फिर ਅਸੀਂ बाकी बता देंगे आपको। ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਮਿਆਰ ਨੂੰ ਉੱਪਰ ਚੁੱਕਣ ਲਈ ਬੜੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ। ਪਰ ਕਈ ਖੇਡਾਂ ਅਜਿਹੀਆਂ ਹਨ ਜੋ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਸ਼ਤਰੰਜ ਦੀ ਖੇਡ ਹੈ, ਜਿਸ ਦੇ ਅੱਜ ਫਾਈਨਲ ਮੁਕਾਬਲੇ ਬਟਾਲਾ ਵਿਖੇ ਕਰਵਾਏ ਗਏ। ਇਹ ਉਪਰਾਲਾ ਪੰਜਾਬ ਤੋਂ ਲੰਮੇ ਸਮੇਂ ਤੋਂ ਵਿਦੇਸ਼ ਵਸ ਰਹੇ ਸੁਖਦੇਵ ਸਿੰਘ ਵੱਲੋਂ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸਭ ਤੋਂ ਰੋਚਕ ਮੁਕਾਬਲਾ 61 ਸਾਲਾਂ ਅਤੇ 11 ਸਾਲਾਂ ਦੇ ਬੱਚੇ ਵਿੱਚ ਵੇਖਣ ਨੂੰ ਮਿਲਿਆ। ਅਸੀਂ ਚਾਹੁੰਦੇ ਸੀ ਕਿ ਕੋਈ ਸਕਿੱਲ ਜਿਹੜੇ ਕੰਪੀਟੀਸ਼ਨ ਆਈਆਂ, ਸਕਿੱਲ ਟੂਰਨਾਮੈਂਟ ਕਰਾਈਏ, ਸਕਿੱਲ ਐਕਟੀਵਿਟੀਜ਼ ਕਰਾਈਏ ਤੇ ਇਹਦੇ ਨਾਲ ਦੇ ਨਾਲ ਸਾਨੂੰ ਚੈਸ ਇੱਕ ਵੇ ਮਿਲਿਆ ਕਿ ਆਪਾਂ ਚੈਸ ਜਾਂ ਇੱਦਾਂ ਦੀ ਐਕਟੀਵਿਟੀਜ਼ ਥਰੂ ਲੋਕਾਂ ਦੀ ਸਕਿੱਲ ਜਾਂ ਜਿਹੜੀ ਸਕਿੱਲਡ ਐਕਟੀਵਿਟੀਜ਼ ਉਹ ਇੰਪਰੂਵ ਕਰ ਸਕਦੇ ਹਾਂ। ਤੇ ਨਾਲ ਦੇ ਨਾਲ ਅਸੀਂ ਚਾਹੁੰਦੇ ਸੀ ਕਿ ਕੋਈ ਸਾਨੂੰ ਜਿਹੜਾ ਸਾਡਾ ਪ੍ਰੋਗਰਾਮ ਹੈ ਟੂਰਨਾਮੈਂਟ ਉਹ ਸਪੋਂਸਰ ਕਰੇ ਤੇ ਸਾਨੂੰ ਪ੍ਰੈਜ਼ੈਂਟ ਕਰੇ, ਕਿਉਂਕਿ ਫਾਈਨੈਂਸ਼ੀਅਲੀ ਤੁਹਾਨੂੰ ਪਤਾ ਹੈ ਇੱਕ ਜਾਣਾ ਜਾਂ ਹਰ ਜਾਣਾ ਨਹੀਂ ਕਰਵਾ ਸਕਦਾ। ਤੇ ਸੁਖਦੇਵ ਸਰ ਨੇ ਸਾਨੂੰ ਉਸ ਚੀਜ਼ ਦਾ ਗਾਈਡੈਂਸ ਕੀਤੀ ਤੇ ਸਪੋਰਟ ਕੀਤਾ। ਬਹੁਤ ਵਧੀਆ ਸਰ, ਮਤਲਬ ਇਹ ਮੈਂ ਪਹਿਲੀ ਵਾਰੀ ਖੇਡਿਆ ਵਾਂ, ਲੇਕਿਨ ਮੈਨੂੰ ਇਹਨਾਂ ਦੀ ਆਰਗੇਨਾਈਜੇਸ਼ਨ ਮਤਲਬ ਸਭ ਕੁਝ ਇਹਨਾਂ ਦਾ ਜਿਹੜਾ ਵੀ ਪ੍ਰੈਪਰੇਸ਼ਨ ਸੀ ਹਰ ਚੀਜ਼ ਦਾ ਬੜਾ ਅੱਛਾ ਲੱਗਿਆ। ਇਹਨਾਂ ਨੇ ਅਗਲੇ ਮਹੀਨੇ ਵੀ ਕਰਾਉਣਾ ਹੈ ਤੇ ਮਤਲਬ ਮੈਨੂੰ ਲੱਗਦਾ ਕਿ ਹੋਰ ਪਾਰਟਿਸਪੈਂਟਸ ਵਧਣਗੇ
ਇਹ ਚੀਜ਼ ਦਾ ਤੇ ਬੱਚਿਆਂ ਨੂੰ ਹੋਰ ਹੌਸਲਾ ਅਫਜ਼ਾਈ ਮਿਲੇਗੀ ਇਹ ਚੀਜ਼ ਕਰਨ ਵਾਸਤੇ। ਬਹੁਤ ਹੀ ਘੱਟ ਸੁਣੀਦਾ ਕਿ ਪੰਜਾਬ ਵਿੱਚ ਕੋਈ ਚੈਸ ਦਾ ਕੰਪੀਟੀਸ਼ਨ ਹੈਗਾ, ਲੇਕਿਨ ਇਸ ਤਰ੍ਹਾਂ ਜਿਸ ਤਰ੍ਹਾਂ ਇਹ ਹੋਰ ਅੱਗੇ ਕਰਨਗੇ ਉਸ ਤਰ੍ਹਾਂ ਇਹਨਾਂ ਦੀ ਮਤਲਬ ਮਹਿਮਾ ਵਧੇਗੀ ਇਹ ਚੀਜ਼ ਕਰਨ ਵਾਸਤੇ। ਆਈ ਥਿੰਕ ਮਤਲਬ ਇਹਨਾਂ ਨੂੰ ਹੋਰ ਕਰਨੇ ਚਾਹੀਦੇ ਆ, ਇਸ ਤਰ੍ਹਾਂ ਦੂਸਰਿਆਂ ਨੂੰ ਵੀ ਇਹ ਚੀਜ਼ ਦਾ ਦੇਖ ਕੇ ਅੱਛਾ ਲੱਗੇਗਾ। ਲੋਕ ਸਭਾ ਮੈਂਬਰ ਹੰਸਰਾਜ ਹੰਸ ਪ੍ਰਸਿੱਧ ਸੂਫੀ ਅਤੇ ਲੋਕ ਗਾਇਕ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਇਤਿਹਾਸਿਕ ਧਰਤੀ ਤੇ ਨਤਮਸਤਕ ਹੋਏ, ਜਿੱਥੇ ਹੁਣ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਗਈ। ਉੱਥੇ ਹੀ ਮੀਡੀਆ ਨੂੰ ਕਿਹਾ ਕਿ ਮੈਂ ਤਾਂ ਸਿਰਫ ਇੱਕ ਗੁਰੂ ਮਹਾਰਾਜ ਦੇ ਚਰਨਾਂ ਅੱਗੇ ਸਿਰ ਝੁਕਾ ਕੇ ਇੱਕ ਹਾਜ਼ਰੀ ਭਰਨ ਆਇਆ ਹਾਂ, ਜਿੱਥੇ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਉੱਥੇ ਖਾਲਸੇ ਨੂੰ ਇੱਕ ਵੱਖਰਾ ਰੂਪ ਵੀ ਦਿੱਤਾ ਗਿਆ ਤੇ ਇੱਕ ਵੱਖਰੀ ਪਛਾਣ ਵੀ ਦਿੱਤੀ ਗਈ ਜੋ ਕਿ ਰਹਿੰਦੀ ਦੁਨੀਆ ਤੱਕ ਰਹੇਗੀ। ਇਹ ਦਾਤ ਸਿਰਫ ਗੁਰੂ ਸਾਹਿਬ ਨੇ ਹੀ ਬਖਸ਼ੀ ਹੈ। ਸ਼੍ਰੀ ਅਨੰਦਪੁਰ ਸਾਹਿਬ ਦੀ ਰੂਹਾਨੀਅਤ ਧਰਤੀ ਤੇ ਆਏ ਹੋ, ਕਿਹੋ ਜਿਹਾ ਤੁਹਾਨੂੰ ਲੱਗਿਆ, ਕੀ ਲੱਗਿਆ? ਦੇਖੋ ਇਹ ਸਿੱਖੀਜ਼ਮ ਦਾ ਰੂਹਾਨੀਅਤ ਦਾ ਗੈਰਤਮੰਦੀ ਦਾ ਕਲਾਈਮੈਕਸ ਅਨੰਦਪੁਰ ਸਾਹਿਬ। ਮੈਂ ਇੱਕ ਗਰੀਬ ਅਦਨਾ ਜਿਹਾ ਬੰਦਾ ਜਿਹਨੂੰ ਅੱਜ ਐਂਟਰੀ ਮਿਲ ਗਈ ਹੈ ਇੱਥੇ, ਸੁਣ ਕੇ ਵੀ ਅੱਜ ਅਨੰਦਪੁਰ ਸਾਹਿਬ ਜਾਣਾ ਤੇ ਮਨ ਖੁਸ਼ ਹੋ ਜਾਂਦਾ। ਤੇ ਮੈਂ ਬੜਾ ਭਾਗਾ ਸਮਝਦਾ ਕਿ ਗੁਨਾਹਗਾਰ ਸਿਰ ਝੁਕਿਆ ਤੇ ਝੁਕਦਾ ਹੀ ਰਹੇ। ਅੱਜ ਬਟਾਲਾ ਦੇ ਖਜੂਰੀ ਗੇਟ ਵਿਖੇ ਭਾਰਤੀ ਵਾਲਮੀਕੀ ਯਾਦ ਧਰਮ ਸਮਾਜ ਵੱਲੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਕੇਕ ਕੱਟ ਕੇ ਮਨਾਈ ਗਈ ਖੁਸ਼ੀ। ਇਸ ਮੌਕੇ ਵਿਧਾਇਕ ਆਪ ਪਾਰਟੀ ਪਹੁੰਚੇ ਅਤੇ ਸਾਰੇ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਤੇ ਦਿੱਤੀ ਗਈ ਵਧਾਈ। ਉੱਥੇ ਹੀ ਭਾਰਤੀ ਵਾਲਮੀਕ ਆਦ ਧਰਮ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਤਰੁਣ ਚੀਮਾ ਵੱਲੋਂ ਵੀ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਉੱਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਗਈ। जो बोले सो निर्भैन भगवान वाल्मीकि महाराज की जय, परम पूजिए प्रभु रत्नाकर महाराज की जय। मैं तरुण चीमा ਜ਼ਿਲ੍ਹਾ ਪ੍ਰਧਾਨ ਭਾਰਤੀ ਵਾਲਮੀਕੀ ਆਰੀ ਧਰਮ ਸਮਾਜ ਤੋਂ ਅੱਜ ਮੈਂ ਖਜੂਰੀ ਗੇਟ ਮੱਲਾ ਵਾਲਮੀਕੀ ਬਟਾਲਾ ਦਾ ਰਹਿਣ ਵਾਲਾ ਹਾਂ ਤੇ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਦੀ ਪ੍ਰਗਟ ਦਿਵਸ ਦੀ ਦੇਸ਼ ਵਿਦੇਸ਼ ਵਿੱਚ ਰਹਿਣ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਤੇ ਆਪਣੇ ਸਮਾਜ ਨੂੰ ਇਹ ਅਪੀਲ ਕਰਦਾ ਵਾਂ ਵੀ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਪਰਮ ਪੂਜੀਏ ਪ੍ਰਭੂ ਰਤਨਾਕਰ ਮਹਾਰਾਜ ਦੀ ਵਿਚਾਰਧਾਰਾ ਦੇ ਚੱਲਣ ਦੀ ਲੋੜ ਹੈ। ਇੰਨੇ ਹੀ ਸ਼ਬਦਾਂ ਦੇ ਨਾਲ ਕਹਿੰਦਾ ਹੋਇਆ ਜੈ ਵਾਲਮੀਕੀ ਹਰ ਹਰ ਵਾਲਮੀਕੀ, ਜੈ ਭੀਮ ਜੈ ਭਾਰਤ। ਦੇਖੋ ਜੀ, ਆਮ ਆਦਮੀ ਪਾਰਟੀ ਦਾ ਇੱਕੋ ਇੱਕ ਮਕਸਦ ਹੈ, ਉਹ ਇਹੋ ਗੱਲ ਕਹਿੰਦੇ ਆ ਵੀ ਹਰ ਧਰਮ ਦਾ ਮਾਣ ਸਤਿਕਾਰ ਅਦਬ ਜਿਹੜਾ ਉਹਨੂੰ ਉਹਦਾ ਮਾਣ ਸਨਮਾਨ ਉਹਦੀ ਇੱਜ਼ਤ ਬਹਾਲ ਰੱਖਣਾ ਇੱਕ ਆਮ ਆਦਮੀ ਪਾਰਟੀ ਦਾ ਫਰਜ਼ ਹੈ। ਸੋ ਜਿਹੜੀਆਂ ਸਾਡੇ ਪ੍ਰਧਾਨ ਜੀ, ਸਾਡੇ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ, ਸਾਡੇ ਅਰਵਿੰਦ ਕੇਜਰੀਵਾਲ ਜੀ ਨੇ ਸਾਡੀਆਂ ਡਿਊਟੀਆਂ ਲਾਈਆਂ ਨੇ, ਬਸ ਉਹ ਜ਼ਿੰਮੇਵਾਰੀਆਂ ਤੇ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ। ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਸਾਡੇ ਹਿੰਦੁਸਤਾਨੀਆਂ ਨੂੰ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਨ ਦੇ ਉਤਸਵ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਔਰ ਇਹੋ ਦੱਸਦਾ ਔਰ ਮੈਂ ਵੀ ਇਹੋ ਬੇਨਤੀ ਕਰਦਾ ਵੀ ਜੋ ਸਾਡੇ ਗੁਰੂਆਂ ਨੇ ਸਾਨੂੰ ਸੇਧ ਦਿੱਤੀ ਹੈ ਉਹਦੀ ਪਾਲਣਾ ਕਰੀਏ। ਮੈਂ ਅੱਜ ਇੱਕ ਗੱਲ ਕਹਿ ਦਿਆਂ, ਜੋ ਉਹਨਾਂ ਨੇ ਸੇਧ ਸਾਨੂੰ ਦਿੱਤੀ ਹੈ, ਜੇ ਉਹਨਾਂ ਦੇ ਮਾਰਗ ਦਿਸ਼ਾ ਤੇ ਚੱਲੀਏ ਨਾ ਤੇ ਨਾ ਨਸ਼ਾ, ਨਾ ਕਿਸੇ ਨਾਲ ਮੈਂ ਕਿਸੇ ਨਾਲ ਧੋਖੇਬਾਜ਼ੀ, ਨਾ ਧੱਕੇਸ਼ਾਹੀ, ਇਹ ਗੁਰੂਆਂ ਦੀ ਸੇਧ ਹੀ ਸਾਨੂੰ ਦੱਸ ਦਿੰਦੀ ਹੈ। ਪਰ ਅਸੀਂ ਪਾਲਣਾ ਕਰਨ ਦੇ ਵਿੱਚ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਸਾਡੀ ਮੈਂ ਕਹਿ ਸਕਦਾ ਢਿੱਲ ਰਹਿ ਜਾਂਦੀ ਹੈ। ਜੇ ਕਿਤੇ ਅਸੀਂ ਵਧੀਆ ਢੰਗ ਨਾਲ ਗੁਰੂਆਂ ਦੇ ਹੁਕਮਾਂ ਦੀ ਪਾਲਣਾ ਕਰੀਏ ਤੇ ਸਾਡਾ ਦੇਸ਼ ਜਿਹੜਾ ਇਹ ਫਿਰ ਸਵਰਗ ਦੀ ਲੀਹ ਤੇ ਸੋਨੇ ਦੀ ਚਿੜੀਆ ਤੇ ਆ ਜਾਂਦਾ ਹੈ। ਸੋ ਮੇਰੀ ਇਹੋ ਫਿਰ ਤੋਂ ਸਮੁੱਚੇ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕੀ ਜੀ ਦੇ ਜਨਮ ਉਤਸਵ ਦੀਆਂ ਲੱਖ ਲੱਖ ਮੁਬਾਰਕਾਂ। ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਮੱਲ ਮੋਹਰੀ ਵਿਖੇ ਇੱਕ ਭਰਾ ਵੱਲੋਂ ਆਪਣੇ ਸਕੇ ਭਰਾ ਨੂੰ ਮਾਮੂਲੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਖਬਰ ਸਾਹਮਣੇ ਆਈ ਹੈ। ਕਤਲ ਕਰਨ ਵਾਲਾ ਮੁਲਜ਼ਮ ਪੰਜਾਬ ਪੁਲਿਸ ਸੈਕਿੰਡ ਕਮਾਂਡੋ ਦਾ ਥਾਣੇਦਾਰ ਦੱਸਿਆ ਜਾ ਰਿਹਾ ਹੈ, ਜਿਸ ਨੇ ਆਪਣੀ ਨਿੱਜੀ ਰਿਵਾਲਵਰ ਰਾਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ। ਬਟਾਲਾ ਦੇ ਪਿੰਡ ਠੱਕਰ ਸੰਧੂ ਵਿਖੇ ਮਹਿਜ਼ 9000 ਦੀ ਲੁੱਟ ਕਰ ਮੋਟਰਸਾਈਕਲ ਤੇ ਸਵਾਰ 3 ਨੌਜਵਾਨ ਇੱਕ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੇ
फायरिंग कर होए फरार। फाइनांस कंपनी मुलाजिम जख्मी हालत सिविल हस्पताल च इलाज ਲਈ ਹੋਇਆ ਦਾਖਲ। ਪੈਰ ਤੇ ਲੱਗੀ ਗੋਲੀ। ਵਾਰਦਾਤ ਨੂੰ ਅੰਜਾਮ ਦੇ ਫਰਾਰ ਹੁੰਦੇ 3 ਨੌਜਵਾਨਾਂ ਦੀ ਸੀਸੀਟੀਵੀ ਆਈ ਸਾਹਮਣੇ। ਉੱਥੇ ਹੀ ਇਸ ਵਾਰਦਾਤ 'ਚ ਜ਼ਖਮੀ ਨੌਜਵਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਇੱਕ ਡੇਲੀ ਫਾਈਨਾਂਸ ਕੰਪਨੀ 'ਚ ਕੰਮ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ ਤੇ ਵੱਖ-ਵੱਖ ਪਿੰਡਾਂ ਤੋਂ ਪੇਮੈਂਟ ਇਕੱਠੀ ਕਰ ਵਾਪਸ ਆ ਰਿਹਾ ਸੀ। ਗੁਰਦੇਵ ਸਿੰਘ। ਕੀ ਹੋਇਆ ਕੀ? ਮੈਂ ਡੇਲੀ ਬੇਸ ਖੈਰਾ ਫਾਈਨੈਂਸ ਕੰਪਨੀ ਪ੍ਰਾਈਵੇਟ 'ਚ ਕੰਮ ਕਰਦਾ ਅਤੇ ਡੇਅਰੀਵਾਲ ਤੋਂ ਮੈਂ ਠੱਕਰ ਸੰਧੂ ਕਿਸ਼ਤਾਂ ਕੱਟ ਕੇ ਜਾ ਰਿਹਾ ਸੀ ਅਤੇ ਜਦੋਂ ਮੈਂ ਤਤਲੇ ਪਹੁੰਚਣ ਲੱਗਾ ਸੂਏ ਦੇ ਉੱਤੇ ਅਤੇ ਉੱਥੇ ਮੈਨੂੰ ਪਲਟੀਨਾ ਮੋਟਰਸਾਈਕਲ 'ਤੇ 3 ਬੰਦੇ ਮਿਲੇ ਮੈਨੂੰ। ਨੰਬਰ ਕੋਈ ਨਹੀਂ, ਨੰਬਰ ਪਲੇਟ ਕੋਈ ਨਹੀਂ ਲੱਗੀ ਮੋਟਰਸਾਈਕਲ 'ਤੇ। ਉਹਨਾਂ ਪਿਸਤੌਲ ਵਿਖਾ ਲਿਆ ਅਤੇ ਗੋਲੀ ਮਾਰੀ ਮੇਰੇ, ਅਤੇ ਪੈਸੇ ਖੋ ਗਏ, ਫਰਾਰ ਹੋ ਗਏ। ਸਾਡਾ ਖੈਰਾ ਫਾਈਨੈਂਸ ਕੰਪਨੀ ਦਾ ਇੰਪਲੋਏ ਆ ਇੱਕ, ਜਿਹੜਾ ਕਿ ਡੇਲੀ ਕਿਸ਼ਤਾਂ ਮਤਲਬ ਰਿਕਵਰੀ ਕਰਦੇ ਆ। ਤੇ ਠੱਕਰ ਸੰਧੂ ਦੇ ਨੇੜੇ ਤਤਲੇ ਨੂੰ ਜਾਂਦੇ ਰਸਤੇ ਦੇ ਵਿੱਚ ਮੁਲਾਜ਼ਮ ਨਾਲ ਲੁੱਟ ਖੋਹ ਹੋਈ ਆ ਤੇ 3 ਵਿਅਕਤੀ ਹੀ, 3 ਬੰਦਿਆਂ ਨੇ ਮੂੰਹ ਫੇਸ ਕਵਰ ਕੀਤੇ ਹੋਏ ਸੀ। ਪਲੈਟੀਨਾ ਮੋਟਰਸਾਈਕਲ ਹੀ, ਉਹਦੀ ਨੰਬਰ ਪਲੇਟ ਕੋਈ ਨਹੀਂ ਸੀ, ਪਰ ਮੋਟਰਸਾਈਕਲ ਨਵਾਂ ਸੀ ਵੀ ਜਿੱਦਾਂ ਚੋਰੀ ਦਾ ਪਹਿਲਾਂ ਵੀ ਆਲਰੇਡੀ ਚੋਰੀ ਹੋਈ ਪਈ ਆ। ਬੰਦੇ ਦੇ ਕੋਲੋਂ ਪੈਸੇ ਖੋਹ ਕੇ ਉਹਦੇ ਪੈਰ ਦੇ ਉੱਤੇ ਸ਼ੂਟ ਕੀਤਾ, ਗੋਲੀ ਮਾਰੀ ਗਈ ਆ ਪੈਰ ਤੇ। ਫਿਰ ਜਦੋਂ ਭੱਜਣ ਲੱਗਾ, ਥੋੜਾ ਆਪਣੇ ਵੱਲੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ, ਪੈਸਾ ਫੜਾ ਦਫੜੀ ਦੇ ਵਿੱਚ, ਤੇ ਰਿਵਾਲਵਰ ਦੀ ਬੈਕ ਸਾਈਡ ਜਿਹੜੀ ਉਹਦੀ ਸਿਰ ਦੇ ਉੱਪਰ ਮਾਰੀ ਗਈ ਆ। ਬਾਕੀ ਪੁਲਿਸ ਰਿਪੋਰਟ ਕੀਤੀ ਗਈ ਆ ਉੱਥੇ, ਉਹਨਾਂ ਨੇ ਸੇਖਵੀਂ ਥਾਣੇ ਦੇ ਵਿੱਚ। ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਅਸੀਂ ਪੂਰੀ ਤਹਿ ਤੱਕ ਪਹੁੰਚਾਂਗੇ। ਵੀਡੀਓ ਵਗੈਰਾ ਉਹਨਾਂ ਨੇ ਖੰਗਾਲੀਆਂ ਕਾਫੀ ਦੇਖ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਗੁਰਦਾਸਪੁਰ ਦੇ ਪਿੰਡ ਕੁੱਟਾ ਵਿੱਚ ਰਾਏ ਢਾਬੇ ਤੇ ਸਿੱਧੂ ਮੂਸੇਵਾਲੇ ਦੇ ਬੁੱਤ ਦੇ ਉਦਘਾਟਨ ਸਮੇਂ ਭਗਵੰਤ ਮਾਨ ਸਰਕਾਰ ਅਤੇ ਉਸ ਦੀਆਂ ਨੀਤੀਆਂ ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਮੋਦੀ ਸਰਕਾਰ ਉੱਤੇ ਜਮਹੂਰੀਅਤ ਦਾ ਗਲਾ ਘੁੱਟਣ ਦੇ ਦੋਸ਼ ਲਾਉਂਦੀ ਹੈ, ਪਰ ਦੂਸਰੇ ਪਾਸੇ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝਾ ਕਰ ਰਹੀ ਹੈ। ਭਗਵੰਤ ਮਾਨ ਜੀ ਮਿਸਟਰ ਪੰਜਾਬ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਮਾਨ ਸਾਹਿਬ ਕੱਲ ਹੀ ਇੱਕ ਨੌਜਵਾਨ ਪੰਜਾਬ ਦੀ ਬੱਚੀ ਨੇ, ਜੈਨੀ ਜੋਲ ਜਿਹਦਾ ਨਾਂ ਹੈ, ਉਹਨੇ ਇੱਕ ਗੀਤ ਲਿਖਿਆ ਜਿਹੜਾ ਮੈਨੂੰ ਬਹੁਤ ਅਫਸੋਸ ਹੋਇਆ ਜਾਣ ਕੇ ਕਿ ਅੱਜ ਤੁਹਾਡੀ ਸਰਕਾਰ ਨੇ ਤੁਹਾਡੇ ਕਹਿਣ ਤੇ ਉਹ YouTube ਤੋਂ ਜਿਹੜਾ ਉਹਦਾ ਗੀਤ ਹੈ ਉਹਨੂੰ ਬੈਨ ਕਰਵਾਤਾ। ਸਾਰਿਆਂ ਨੂੰ ਪਹਿਲੇ ਤੇ ਸਮੁੱਚਾ ਜਗਤ ਭਗਵੰਤ ਮਾਨ ਜੀ ਤੁਹਾਡੇ ਕੋਲੋਂ ਤੇ ਤੁਹਾਡੇ CMO ਚੋਂ ਇਸ ਗੱਲ ਦੀ ਕਲੈਰੀਫਿਕੇਸ਼ਨ ਮੰਗਦਾ ਕਿ ਇਹ ਜਿਹੜਾ YouTube ਤੋਂ ਗੀਤ ਉਤਾਰਿਆ ਗਿਆ, ਇਹਨੂੰ ਬੈਨ ਕੀਤਾ ਗਿਆ, ਕਿ ਤੁਸੀਂ ਕਰਵਾਇਆ? ਆਪਣੀ ਕਲੈਰੀਫਿਕੇਸ਼ਨ ਦਿਓ। ਜੇ ਨਹੀਂ ਕਲੈਰੀਫਿਕੇਸ਼ਨ ਦਿਓਗੇ ਤਾਂ ਉਹਦਾ ਮਤਲਬ ਹੈ ਕਿ ਤੁਸੀਂ ਵੀ ਇਸੇ ਖਿੱਤੇ ਚੋਂ ਨਿਕਲੇ ਹੋ, ਤੁਸੀਂ ਵੀ ਇੱਕ ਸਟੇਜ ਆਰਟਿਸਟ ਹੋ। ਕਿਸੇ ਟਾਈਮ ਤੇ ਤੁਸੀਂ ਬਦਲਾਵ ਦੀ ਗੱਲ ਕੀਤੀ, ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ। ਅੱਜ ਤੁਸੀਂ ਕਿਉਂਕਿ ਤੁਹਾਡੀ ਪਾਲਿਸੀਜ਼ ਦੇ ਖਿਲਾਫ, ਤੁਹਾਡੀ ਸਰਕਾਰ ਦੀ ਪਾਲਿਸੀਜ਼ ਦੇ ਖਿਲਾਫ ਇਹ ਗੀਤ ਬੜੇ ਸੁਚੱਜੇ ਢੰਗ ਨਾਲ ਲਿਖਿਆ ਗਿਆ। ਅੱਜ ਤੁਸੀਂ ਪੰਜਾਬੀਆਂ ਦੀ ਜ਼ੁਬਾਨ ਨੂੰ ਹਿੰਦੁਸਤਾਨ ਦੇ ਵਿੱਚ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਹਨੂੰ ਸਖਤ ਸ਼ਬਦਾਂ ਦੇ ਨਾਲ ਮੈਂ ਵੀ ਤੇ ਮੇਰੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਤੇ ਸਮੁੱਚਾ ਪੰਜਾਬੀ ਜਗਤ ਇਸ ਦੀ ਵਿਰੋਧਤਾ ਕਰੇ। ਜਿਵੇਂ ਅਸੀਂ ਆਪਣੀ ਨੌਜਵਾਨ ਬੇਟੀ ਜਿਹਨੇ ਗੀਤ ਗਾਇਆ ਤੇ ਲਿਖਿਆ, ਅਸੀਂ ਉਹਦੀ ਪਿੱਠ ਪਿੱਛੇ ਆ। ਭਗਵੰਤ ਮਾਨ ਜੀ ਨੂੰ ਮੈਂ ਇਹ ਗੱਲ ਸਮਝਾ ਦੇਣਾ ਚਾਹੁੰਦਾ, ਭਗਵੰਤ ਮਾਨ ਜੀ ਇਸ ਢੰਗ ਦੇ ਨਾਲ ਇਹ ਜਿਹੜੀਆਂ ਤੁਹਾਡੀਆਂ ਪਾਲਿਸੀਜ਼ ਹੈ ਨੇ, ਪੰਜਾਬੀਆਂ ਨੇ ਹਜ਼ਾਰਾਂ ਸਾਲਾਂ ਤੋਂ ਜਿਨ੍ਹਾਂ ਲੋਕਾਂ ਨੇ ਇਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਹਮੇਸ਼ਾ ਤਗੜੇ ਹੋ ਕੇ ਉਹਦਾ ਮੁਕਾਬਲਾ ਕੀਤਾ ਤੇ ਜਿੱਤ ਪ੍ਰਾਪਤ ਕੀਤੀ। ਜੇ ਤੁਸੀਂ ਇਹ ਕੰਮ ਕਰੋਗੇ ਤੇ ਵੱਡੇ ਪੈਮਾਨੇ ਤੇ ਤੁਹਾਡੇ ਖਿਲਾਫ ਜਾਏਗੀ। ਤਾਂ ਮੈਂ ਅੱਜ ਸਿੱਧੂ ਮੂਸੇਵਾਲਾ ਜੀ ਦੇ ਪਿਤਾ ਵੀ, ਉਹਨਾਂ ਦੇ ਮਾਤਾ ਜੀ ਦੀ ਵੀ ਗੱਲ ਸੁਣੀ ਹੈ ਕਿ ਨੌਜਵਾਨ ਬੱਚੀ ਨੇ ਉਹਨਾਂ ਨੂੰ ਟੈਲੀਫੋਨ ਕਰਕੇ ਕਿਹਾ ਕਿ ਪੰਜਾਬ ਸਰਕਾਰ ਦੇ ਚੰਦ ਅਫਸਰ ਟੈਲੀਫੋਨ ਕਰਕੇ ਉਹਨਾਂ ਨੂੰ ਕਹਿੰਦੇ ਰਹੇ ਨੇ ਕਿ ਤੁਹਾਡੇ ਖਿਲਾਫ ਅਸੀਂ ਇਹੋ ਜਿਹੀ FIR ਦਰਜ ਕਰਾਂਗੇ, ਇਹੋ ਜਿਹਾ ਕੇਸ ਦਰਜ ਕਰਾਂਗੇ ਕਿ ਤੁਹਾਡੀ ਜ਼ਮਾਨਤ ਨਹੀਂ ਹੋ ਸਕੇਗੀ। ਤਾਂ ਮੇਰੇ ਵੱਲੋਂ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਵਾਰਨਿੰਗ ਹੈ, ਇਹਦੇ ਤੋਂ ਬਾਜ਼ ਆਓ ਇਸ ਗੱਲ ਤੋਂ।
ਅੱਜ ਇੱਥੋਂ ਦੇ ਪੁਰਾਣਾ ਰਾਜਪੁਰਾ ਦੇ ਸ਼ਿਵ ਮੰਦਿਰ ਵਿਖੇ ਖੱਤਰੀ ਵੈਲਫੇਅਰ ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ਾਂ ਲਈ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਨੀਲਮ ਹਸਪਤਾਲ ਦੇ ਡਾਕਟਰਾਂ ਵੱਲੋਂ ਵੱਖ-ਵੱਖ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ ਤੇ ਸੰਸਥਾ ਵੱਲੋਂ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਮੌਕੇ ਗੱਲਬਾਤ ਕਰਦਿਆਂ ਖੱਤਰੀ ਵੈਲਫੇਅਰ ਸੁਸਾਇਟੀ ਰਾਜਪੁਰਾ ਦੇ ਪ੍ਰਧਾਨ ਪੰਮੀ ਸਹਿਗਲ ਵੱਲੋਂ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਸਥਾ ਵੱਲੋਂ ਲੋੜਵੰਦ ਮਰੀਜ਼ਾਂ ਦੇ ਲਈ ਮੁਫਤ ਅੱਖਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਜਾਵੇਗਾ। ਖੱਤਰੀ ਵੈਲਫੇਅਰ ਸੁਸਾਇਟੀ ਜਿਹੜੀ ਬਣਾਈ ਹੈ ਇਹ ਸਾਰੇ ਭਰਾਵਾਂ ਨੇ ਸਭ ਨੇ ਇਕੱਠੀ ਹੋ ਕੇ ਬਣਾਈ ਹੈ। ਅੱਜ ਵੀ ਬਹੁਤ ਅੱਛਾ ਸਾਨੂੰ ਰਿਸਪੌਂਸ ਮਿਲਿਆ ਹੈ, ਇਹਦੇ ਚੋਂ ਬਹੁਤ ਵਧੀਆ ਲੋਕਾਂ ਦਾ ਰਿਸਪੌਂਸ ਮਿਲਿਆ ਹੈ, ਜਿਹਦੇ ਵਿੱਚ ਅਸੀਂ ਮੈਡੀਸਨ ਵੀ, ਰਿਫਰੈਸ਼ਮੈਂਟ ਵੀ ਔਰ ਟੈਸਟਿੰਗ ਵੀ ਸਾਰਾ ਕੁਝ ਫ੍ਰੀ ਕਰ ਰਹੇ ਹਾਂ। ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਜੋ ਵੀ ਸਮਾਜ ਭਲਾਈ ਦੇ ਕੰਮ ਹੋਣਗੇ ਉਹ ਵੱਧ ਚੜ੍ਹ ਕੇ ਕਰਾਂਗੇ। ਉਹਦੇ ਨਾਲ ਸਾਡੇ ਜਿਹੜੇ ਨਾਲ ਖੱਤਰੀ ਵੈਲਫੇਅਰ ਸੁਸਾਇਟੀ ਦੇ ਵਿੱਚ ਮੈਂਬਰ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸਾਰੇ ਬੰਦੇ ਇੱਕ ਤੋਂ ਇੱਕ ਬੰਦੇ ਜਿਹੜੇ ਆ ਪੂਰਾ ਵੱਧ ਚੜ੍ਹ ਕੇ ਸਾਨੂੰ ਸਹਿਯੋਗ ਦੇ ਰਹੇ ਹੈ ਔਰ ਸਵੇਰੇ ਤੋਂ ਸਭ ਨੇ ਆਪਣੀਆਂ ਡਿਊਟੀਆਂ ਸੰਭਾਲੀਆਂ ਹੋਈਆਂ ਕਿ ਕੋਈ ਚਾਰਜੇਬਲ ਨਹੀਂ ਹੈ, ਕੋਈ ਕੁਝ ਨਹੀਂ ਹੈ, ਸਾਰਾ ਕੰਮ ਫ੍ਰੀ ਹੋ ਰਿਹਾ। ਔਰ ਲੋਕ ਸੇਵਾ ਦੀ ਭਲਾਈ ਦੇ ਵਿੱਚ ਵੱਧ ਚੜ੍ਹ ਕੇ ਜਿੰਨੀ ਕਿ ਸਾਡੇ ਤੋਂ ਸੇਵਾ ਹੋਏਗੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਵੱਧ ਚੜ੍ਹ ਕੇ ਆਪਣੇ ਰਾਜਪੁਰਾ ਦੇ ਲੋਕਾਂ ਦੀ ਸੇਵਾ ਕਰੀਏ। ਅੱਜ ਜਲੰਧਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੀ 115ਵੀਂ ਜਯੰਤੀ ਨੂੰ ਸਮਰਪਿਤ ਵਨ ਰੇਸ ਹਾਫ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਐਥਲੀਟ ਫੌਜਾ ਸਿੰਘ ਤੇ ਮੇਜਰ ਡੀਪੀ ਸਮੇਤ ਹੋਰ ਦੌੜਾਕ ਹਾਜ਼ਰ ਸਨ। ਉਹਨਾਂ ਕਿਹਾ ਕਿ ਇਸ ਰੇਸ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿੱਚ 21 ਕਿਲੋਮੀਟਰ, ਬਾਲਾ 12 ਕਿਲੋਮੀਟਰ ਤੇ 5 ਕਿਲੋਮੀਟਰ ਸ਼ਾਮਲ ਹੈ। ਪਿੱਛੇ ਜਿਹੜਾ ਮੇਨ ਮਕਸਦ ਹੈਗਾ ਸਾਡਾ ਉਹ ਇਹ ਹੈ ਕਿ ਜਿਹੜਾ ਸਾਡਾ ਯੂਥ ਹੈ ਉਹਨਾਂ ਨੂੰ ਨਸ਼ਿਆਂ ਤੋਂ ਦੂਰੀ ਬਣਾਉਣ ਤੇ ਜਿਹੜੇ ਸਾਡੇ ਇਵੈਂਟਸ ਹੈਗੇ ਆ ਜਿਹਦਾ ਰਨਿੰਗ ਹੋ ਗਿਆ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਫਿਜ਼ੀਕਲ ਐਕਟੀਵਿਟੀ ਉਹ ਉਹਨਾਂ ਦੇ ਵਿੱਚ ਜਿਹੜੀ ਸ਼ੁਰੂਆਤ ਕਰਨ ਲਈ ਇਹ ਅਸੀਂ ਇੱਕ ਇਵੈਂਟ ਕੀਤਾ ਗਿਆ। 21.1 ਕਿਲੋਮੀਟਰ, 10 ਕਿਲੋਮੀਟਰ ਤੇ 5 ਕਿਲੋਮੀਟਰ। ਟਾਈਮਿੰਗ ਡਿਫਰੈਂਟ ਜਿਹੜੇ ਰਨਰਸ ਹੁੰਦੇ ਆ ਹਰ ਇੱਕ ਦੀ ਆਪਦੀ ਅਲੱਗ ਤੋਂ ਟਾਈਮਿੰਗ ਹੁੰਦੀ ਹੈ। ਸਾਡੇ ਨਾਲ ਬਹੁਤ ਸਾਰੇ ਜਿਹੜੇ ਆਰਗੇਨਾਈਜ਼ਰਸ ਹੈ ਉਹ ਉੱਥੇ ਹੈਗੇ ਆ। ਮੇਜਰ ਦੀਪਕ ਸਿੰਘ ਜਿਹੜੇ ਆਪ ਇੱਕ ਬਲੇਡ ਰਨਰ ਨੇ, ਕਾਰਗਿਲ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਲੈਗ ਸੀ ਉਹ ਐਂਪੂਟੇਟ ਕਰਨੀ ਪੈ ਗਈ ਸੀ। ਹੀ ਇਜ਼ ਅ ਮੇਨ ਪਰਸਨ ਜਿਹੜੇ ਇੱਥੇ ਹੈਗੇ ਪਾਰਟਿਸਿਪੇਟ ਕਰ ਰਹੇ ਨੇ। ਸੇਫਟੀ ਲਈ ਪ੍ਰੋਪਰ ਜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ, ਜਿੱਦਾਂ ਕਿ ਰੂਟ ਪਲਾਨ ਜਿਹੜਾ ਹੈ ਉਹਦੇ ਨਾਲ ਸਾਡੀ ਪੁਲਿਸ ਦੇ ਨਾਲ ਬਕਾਇਦਾ ਉਹਦੀ ਸਾਡੀ ਬਰੀਫਿੰਗ ਹੋਈ। ਦੈਨ ਉਸ ਤੋਂ ਬਾਅਦ ਜਿਹੜੇ ਮੈਡੀਕਲ ਦੇ ਅਰੇਂਜਮੈਂਟ, ਪੀਣ ਦੇ ਪਾਣੀ ਦੇ ਅਰੇਂਜਮੈਂਟ, ਸਾਫ ਸਫਾਈ ਦੇ ਅਰੇਂਜਮੈਂਟ, ਸਾਰੇ ਅਰੇਂਜਮੈਂਟ ਸਾਡੇ ਵੱਲੋਂ ਕੀਤੇ ਗਏ। ਤੇ ਦੱਸਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਤੁਸੀਂ ਰੇਸ ਦੇਖ ਰਹੇ ਹੋ ਇਹ ਤਕਰੀਬਨ ਪਿਛਲੇ 6 ਸਾਲਾਂ ਤੋਂ ਜਿਹੜੀ ਇਹ ਲਗਾਤਾਰ ਚੱਲ ਰਹੀ ਹੈ। ਇਹਦੇ ਵਿੱਚ ਪਹਿਲੇ ਦਿਨ ਤੋਂ ਖਾਲਸਾ ਏਡ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਕਹਿ ਲਓ ਜਾਂ ਉਹਨਾਂ ਦੇ ਨਾਲ ਜੁਆਇੰਟ ਹੋ ਕੇ ਅਸੀਂ ਜਿਹੜੀਆਂ ਸਾਰਾ ਇਹ ਕੰਮ ਕਰਵਾਉਂਦੇ ਹਾਂ। ਇੱਥੇ ਇਕੱਲੀਆਂ ਰੇਸਾਂ ਹੀ ਨਹੀਂ, ਜਿਸ ਤਰ੍ਹਾਂ ਅਸੀਂ ਬਲੱਡ ਡੋਨੇਸ਼ਨ ਕੈਂਪ ਹੈ ਹਰ ਜਗ੍ਹਾ ਲਗਵਾਉਂਦੇ ਹਾਂ ਇਨਸਾਨੀਅਤ ਲਈ। ਜਿੱਥੇ ਲੋਕਾਂ ਨੂੰ ਲੋੜ ਪੈਂਦੀ ਹੈ ਉਹ ਬਲੱਡ ਜਿਹੜਾ ਕਹਿ ਲਓ ਸਿਵਲ ਹਸਪੀਟਲ ਜਾ ਕੇ ਉੱਥੇ ਯੂਜ਼ ਹੁੰਦਾ ਹੈ। ਇੱਥੇ 3 ਪਾਰਟ ਦੇ ਵਿੱਚ ਜਿਹੜੀਆਂ ਰੇਸਿਸ ਹੁੰਦੀਆਂ ਨੇ, 21 ਕਿਲੋਮੀਟਰ, 12 ਕਿਲੋਮੀਟਰ ਔਰ 5 ਕਿਲੋਮੀਟਰ। ਉਹਦੇ ਵਿੱਚ ਆਲ ਓਵਰ ਨਾਰਥ ਇੰਡੀਆ ਤੋਂ ਜਿਹੜੇ ਨੇ ਇੱਥੇ ਬੱਚੇ, ਸਟੂਡੈਂਟਸ, ਹਰ ਉਮਰ ਦੇ ਜਿਹੜੇ ਲੋਕ ਆ ਉਹ ਆਏ ਹੋਏ ਨੇ। ਸੋ ਇੱਥੇ ਇੱਕ ਬੜਾ ਵਧੀਆ ਪਿਆਰ ਦਾ ਸੁਨੇਹਾ ਦਿੱਤਾ ਜਾ ਰਿਹਾ। ਜਿੱਥੇ ਪਿਆਰ ਦਾ ਸੁਨੇਹਾ ਦੇਣ ਲਈ ਲੋਕ ਖੜੇ ਹੋਣ ਤੇ ਖਾਲਸਾ ਏਡ ਉੱਥੇ ਆਬਵੀਅਸਲੀ ਉੱਥੇ ਜ਼ਰੂਰ। ਕਪੂਰਥਲਾ ਦੀ ਅਨਾਜ ਮੰਡੀ ਵਿੱਚ ਫਸਲ ਦੀ ਖਰੀਦ ਨਾ ਹੋਣ ਨਾਲ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ ਤੇ ਅੱਜ ਗੁੱਸੇ ਵਿੱਚ ਆਏ ਕਿਸਾਨਾਂ ਨੇ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ਜਾਮ ਕਰ ਦਿੱਤਾ। ਉਹਨਾਂ ਕਿਹਾ ਕਿ ਫਸਲ ਦੀਆਂ ਢੇਰੀਆਂ ਮੰਡੀਆਂ ਵਿੱਚ ਪਈਆਂ ਹਨ ਤੇ ਉਸ ਨੂੰ ਕੋਈ ਨਹੀਂ ਖਰੀਦ ਰਿਹਾ। ਕੱਲ ਦੇ ਵੀ ਬੈਠੇ ਜ਼ਿਮੀਦਾਰ, ਅਜੇ ਤੱਕ ਕਿਸੇ ਕਮੇਟੀ ਵਾਲੇ ਨੇ, ਕਿਸੇ ਲਾਲੇ ਨੇ ਸਾਡੀ ਆਣ ਕੇ ਬਾਤ ਨਹੀਂ ਪੁੱਛੀ। ਔਰ ਕੀ ਵੇਖਦੇ ਆ, ਕਹਿੰਦੇ ਅਸੀਂ ਮੁਆਵਜ਼ਾ ਦੇਖਦੇ ਆ। ਕੋਈ ਆਣ ਕੇ ਮੁਆਵਜ਼ੇ ਦੇ ਕਮ ਸੇ ਕਮ ਸਾਡਾ ਭਾਅ ਲੱਗਣਾ ਚਾਹੀਦਾ। ਕੈਮਰਾ ਮੁਆਵਜ਼ਾ ਦੇਖੋ, ਝੋਨਾ ਆਣ ਕੇ ਦੇਖੋ ਉਹਦੇ ਕੀ ਨਵੀਂ ਆਉਂਦੀ ਕੀ ਨਹੀਂ। ਹੁਣ ਜ਼ਿਮੀਦਾਰ ਕਿੰਨਾ ਚਿਰ ਇੱਥੇ ਬੈਠੇ ਰਹਿਣਗੇ। ਉਹ ਜੇ ਸਾਡੇ ਝੋਨੇ ਦੀ ਕਮੀ ਆ ਕੋਈ ਪਤਾ ਲੱਗੇ, ਠੀਕ ਆ। ਕੋਈ ਸਰਕਾਰ ਦਾ ਬੰਦਾ ਨਹੀਂ ਆਇਆ, ਕੋਈ ਕੁਝ ਨਹੀਂ ਆਇਆ। ਆੜਤੀਆਂ ਨੂੰ ਪੁੱਛੀਦਾ, ਉਹ ਕਹਿੰਦੇ ਕੋਈ ਗੱਲ ਨਹੀਂ, ਕੋਈ ਬੰਦਾ ਨਹੀਂ ਇੱਥੇ ਪਹੁੰਚ ਰਿਹਾ ਜੀ। ਬਿਲਕੁਲ ਬੇੜਾ ਕਰਕੇ ਕੀਤਾ ਹੈ ਸਰਕਾਰ ਨੇ। ਜਾਂ ਜ਼ਿਮੀਂਦਾਰਾਂ ਦਾ ਬਹੁਤ ਮੰਦਾ ਹਾਲ ਹੈ ਤੇ ਕਿਸੇ ਨੂੰ ਵੀ ਪੁੱਛ ਕੇ ਵੇਖੋ ਕੀ ਬਣ ਡਿਆ। ਸਾਰੇ ਜ਼ਿਮੀਂਦਾਰ ਜਾ ਕੇ ਉੱਥੇ ਬੈਠੇ ਆ ਢੇਰੀਆਂ ਉੱਤੇ, ਘਰ-ਬਾਰ ਛੱਡ ਗਏ, ਬੱਚੇ ਛੱਡ ਗਏ। ਇਹ ਲਾਲੇ ਜਾ ਕੇ 1 ਮਿੰਟ ਛੱਡਣ, ਬੱਚਿਆਂ ਨੂੰ ਕਿੱਦਾਂ ਛੱਡ ਸਕਦੇ? ਇੱਥੇ ਕੁਰਸੀਆਂ ਤੇ ਆਉਂਦੇ ਸਾਡੀ ਫਸਲ ਹੀ ਨਹੀਂ ਵੇਚ ਰਹੇ। ਰੇਟ ਇਹਦਾ ਕੀ ਆ? ਇਹਨਾਂ ਦੇ ਖੜੇ ਪੈਰ ਇੱਕਦਮ ਸਪੈਕ ਕਰ ਦਿੱਤੀ ਆ ਵੀ ਝੋਨਾ ਨਹੀਂ ਖਰੀਦਿਆ ਜਾਊਗਾ। ਜਾਂ ਜ਼ਿਮੀਦਾਰ ਨੂੰ 2-4 ਦਿਨ ਤਾਂ ਦੇਣ ਵੀ ਅਸੀਂ ਟਾਈਮ ਦਿਓ ਵੀ ਤੁਸੀਂ ਹਰਾ ਝੋਨਾ ਨਾ ਲਿਆਓ, ਨਵੀਂ ਵਾਲਾ ਨਾ ਲਿਆਓ, ਪਕਾ ਕੇ ਲਿਆਓ ਤੇ ਫਿਰ ਜ਼ਿਮੀਦਾਰ ਜਿਹੜਾ ਸਬਰ ਕਰ ਸਕਦਾ। ਹੁਣ ਸਬਰ ਜਿਹੜਾ ਮੰਡੀ ਦੇ ਵਿੱਚ ਲਿਆਣ ਕੇ ਝੋਨਾ ਪੱਖਾ ਲੱਗ ਗਿਆ ਉਹਨੂੰ ਸਾਂਭੂਗਾ ਕਿੱਥੇ? ਰਾਤ ਦਾ ਜਿਹੜਾ ਵੈਦਰ ਹੈ ਉਹ ਖਰਾਬ ਦੱਸਣ ਦਾ ਆ।
ਅੱਜ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕੀ ਜੀ ਦਾ ਜਨਮ ਉਤਸਵ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਖਾਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਹੇਅਰ ਤੇ ਅਨਮੋਲ ਗਗਨਮਾਨ ਹਾਜ਼ਰ ਸਨ, ਜਿੱਥੇ ਉਹਨਾਂ ਨੇ ਭਗਵਾਨ ਵਾਲਮੀਕੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹਨਾਂ ਕਿਹਾ ਕਿ ਅੱਜ ਵਾਲਮੀਕੀ ਜੀ ਦੇ ਦਿਖਾਏ ਰਸਤੇ ਤੇ ਚੱਲਣ ਦੀ ਲੋੜ ਹੈ। ਅੱਜ ਦੇ ਇਸ ਪਵਿੱਤਰ ਜਿਹੜਾ ਦਿਹਾੜਾ ਪ੍ਰਕਾਸ਼ ਉਤਸਵ ਹੈ ਭਗਵਾਨ ਵਾਲਮੀਕੀ ਜੀ ਦਾ, ਮੈਂ ਸਮੁੱਚੀ ਸੰਗਤ ਨੂੰ, ਪੰਜਾਬੀਆਂ ਨੂੰ, ਭਾਰਤੀਆਂ ਨੂੰ ਜਾਂ ਪੂਰੇ ਵਿਸ਼ਵ ਬੈਠੇ ਜਿਹੜੇ ਭਾਰਤੀ ਹੈ, ਮੈਂ ਸਭ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜਾ ਪ੍ਰਕਾਸ਼ ਉਤਸਵ ਮੈਂ ਸਭ ਨੂੰ ਮੁਬਾਰਕਬਾਦ ਦਿੰਦਾ। ਤੇ ਬਾਕੀ ਮੈਂ ਤਾਂ ਆਪਦੇ ਆਪ ਨੂੰ ਭਾਗਾਂ ਵਾਲਾ ਸਮਝਦਾ ਕਿ ਮੈਨੂੰ ਅੱਜ ਮੌਕਾ ਮਿਲਿਆ ਕਿ ਇਸ ਪਵਿੱਤਰ ਸਥਾਨ ਦੇ ਅੱਜ ਜਿਹੜੇ ਆ ਦਰਸ਼ਨ ਉਹ ਕੀਤੇ। ਬਾਕੀ ਅਸੀਂ ਚੋਣਾਂ ਤੋਂ ਪਹਿਲਾਂ ਵੀ ਮੈਂ ਇੱਥੇ ਆਉਂਦਾ ਰਿਹਾ, ਹਮੇਸ਼ਾ ਹੀ ਅਰਦਾਸ ਕਰਦੇ ਹਾਂ, ਕਿਉਂਕਿ ਹਜ਼ਾਰਾਂ ਸਾਲ ਪਹਿਲਾਂ ਵੀ ਭਗਵਾਨ ਵਾਲਮੀਕ ਜੀ ਨੇ ਜੋ ਪਵਿੱਤਰ ਰਚਨਾ, ਜੋ ਧਾਰਮਿਕ ਗ੍ਰੰਥ ਰਮਾਇਣ ਲਿਖਿਆ, ਉਹਦੇ ਵਿੱਚ ਸਾਨੂੰ ਜ਼ਿੰਦਗੀ ਜਿਹੜੀ ਜਿਉਣ ਦੀ ਜਾਂਚ ਆ ਉਹ ਦੱਸੀ। ਇਸ ਪਵਿੱਤਰ ਦਿਹਾੜੇ ਦੀਆਂ ਸ਼ੁਭਕਾਮਨਾਵਾਂ। ਸੋ ਅਸੀਂ ਇੱਕ ਹੀ ਹੈ ਕਿ ਜਿਨ੍ਹਾਂ ਨੇ ਇਸ ਮਹਾਨ ਗ੍ਰੰਥ ਦੀ ਰਚਨਾ ਕੀਤੀ, ਬੇਸਿਕਲੀ ਅੱਜ ਜਿੰਨੇ ਵੀ ਸੰਗਤ ਇੱਥੇ ਆਈ ਹੋਈ ਸੀ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਬੱਚਿਆਂ ਨੂੰ ਵਿੱਦਿਆ ਜਿਹੜੀ ਦਿਓ, ਵਿਦਿਅਕ ਹੋਣਗੇ, ਕਿਉਂਕਿ ਰਾਮ ਜੀ ਦੇ ਬੱਚਿਆਂ ਨੂੰ ਭਗਵਾਨ ਵਾਲਮੀਕੀ ਜੀ ਨੇ ਪੜ੍ਹਾਇਆ ਸੀ, ਚਾਹੇ ਬਾਬਾ ਸਾਹਿਬ ਸੀ, ਚਾਹੇ ਵਾਲਮੀਕੀ ਜੀ ਸੀ। ਇੱਕ ਹੀ ਸੁਨੇਹਾ ਸੀ ਕਿ ਬੱਚਿਆਂ ਨੂੰ ਪੜ੍ਹਾਓ। ਸ਼ਿਕਸ਼ਿਤ ਬੱਚੇ ਹੀ ਜਿਹੜੇ ਸਮਾਜ 'ਚ ਆਪਦੇ ਹੱਕਾਂ ਪ੍ਰਤੀ, ਆਪਦੀਆਂ ਮੰਗਾਂ ਪ੍ਰਤੀ ਜਿਹੜੇ ਜਾਗਰੂਕ ਹੋ ਸਕਦੇ ਨੇ। ਸੋ ਭਗਵੰਤ ਮਾਨ ਜੀ ਦੀ ਸਰਕਾਰ ਵੀ ਬੱਚਿਆਂ ਨੂੰ ਸਿੱਖਿਆ ਦੇਣ ਲਈ ਵਚਨਬੱਧ ਹੈ, ਤੇ ਨਾਲ ਨਾਲ ਲੋਕਾਂ ਨੂੰ ਵੀ ਜਿਹੜਾ ਨਾਲ ਹੰਬਲਾ ਮਾਰਨਾ ਪੈਣਾ। ਇਸ ਵਾਲਮੀਕੀ ਸਾਡੇ ਜਿਹੜਾ ਸਮਾਜ ਆ, ਵਾਲਮੀਕੀ ਸਮਾਜ 'ਚ ਮਹਾਂਪੁਰਸ਼ ਪੈਦਾ ਹੁੰਦੇ ਆ, ਚਾਹੇ ਭਗਵਾਨ ਵਾਲਮੀਕੀ ਜੀ ਸੀਗੇ, ਬਾਬਾ ਸਾਹਿਬ ਸੀਗੇ। ਸੋ ਅਸੀਂ ਸਿਰਫ ਸਫਾਈ ਵਾਲੇ ਕੰਮ ਜਾਂ ਬੱਚਿਆਂ ਨੂੰ ਇਹਨਾਂ ਕੰਮਾਂ ਤੇ ਵਿੱਦਿਆ ਤੋਂ ਵਾਂਝੇ ਨਹੀਂ ਰੱਖਣਾ ਜਿੱਦਾਂ ਪਿਛਲੀਆਂ ਸਰਕਾਰਾਂ ਨੇ ਬੱਚਿਆਂ ਨੂੰ ਉਸ ਤਰੀਕੇ ਸਿੱਖਿਆ ਨਹੀਂ ਦਿੱਤੀ। ਆਓ ਬੱਚਿਆਂ ਨੂੰ ਸ਼ਿਕਸ਼ਿਤ ਕਰਕੇ ਗਿਆਨੀ ਬੱਚੇ ਬਣਾਈਏ, ਅੱਗੇ ਚੰਗੇ ਜਿਹੜੇ ਨਾਗਰਿਕ ਨੇ, ਪੜ੍ਹੇ ਲਿਖੇ ਨਾਗਰਿਕ ਆ ਸਮਾਜ ਨੂੰ ਦੇਈਏ, ਤੇ ਜੀਵਨ ਪੱਧਰ ਆ ਜਿਹੜਾ ਵਧੀਆ ਉਹਨਾਂ ਦਾ ਉੱਚਾ ਉਠਾਈਏ। ਜੈ ਵਾਲਮੀਕੀ, ਹਰ ਹਰ ਵਾਲਮੀਕੀ। ਅੱਜ ਪਾਵਨ ਵਾਲਮੀਕੀ ਤੀਰਥ ਵਿਖੇ ਭਗਵਾਨ ਵਾਲਮੀਕੀ ਮਹਾਰਾਜ ਦਾ ਪ੍ਰਗਟ ਉਤਸਵ ਪੰਜਾਬ ਸਰਕਾਰ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ, ਜਿਹਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਰ ਜੀ ਅੱਜ ਚੀਫ ਗੈਸਟ ਬਣ ਕੇ ਆਏ ਸੀ। ਉਹਨਾਂ ਦੇ ਨਾਲ ਜੰਡਿਆਲੇ ਤੋਂ ਮੰਤਰੀ ਬਿਜਲੀ ਬੋਰਡ ਆਪਣੇ ਨਿੱਜਰ ਸਾਹਿਬ, ਡਾਕਟਰ ਨਿੱਜਰ ਸਾਹਿਬ, MLA ਸੰਧੂ ਸਾਹਿਬ, ਸਾਰਿਆਂ ਨੇ ਪੰਜਾਬ ਸਰਕਾਰ ਦੇ ਆ ਕੇ ਬੜੀ ਅੱਜ ਉਤਮਾ ਕੀਤੀ। ਭਗਵਾਨ ਵਾਲਮੀਕੀ ਮਹਾਰਾਜ ਜੀ ਤੋਂ ਆਸ਼ੀਰਵਾਦ ਲਿਆ ਤੇ ਅਰਦਾਸ ਵੀ ਕੀਤੀ ਕਿ ਸੱਚਾ ਪਾਤਸ਼ਾਹ ਆਮ ਆਦਮੀ ਸਰਕਾਰ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈ ਕੇ। ਧੰਨਵਾਦ। ਜੈ ਵਾਲਮੀਕੀ, ਹਰ ਹਰ ਵਾਲਮੀਕੀ। ਬਹੁਜਨ ਸਮਾਜ ਪਾਰਟੀ ਵੱਲੋਂ ਪਾਰਟੀ ਦੇ ਸੰਸਥਾਪਕ ਕਾਂਸੀ ਰਾਮ ਦੇ 16ਵੇਂ ਪ੍ਰੀ-ਨਿਰਵਾਣ ਦਿਵਸ ਮੌਕੇ ਖੰਨਾ ਵਿਖੇ ਸੂਬਾ ਪੱਧਰੀ ਵਰਕਰ ਸੰਮੇਲਨ ਕੀਤਾ ਗਿਆ। ਇਸ ਸੰਮੇਲਨ ਦੌਰਾਨ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀ ਖਿੱਚੀ ਗਈ। ਪੰਜਾਬ ਅੰਦਰ ਬਸਪਾ 6 ਦਸੰਬਰ ਤੱਕ ਬੂਥ ਪੱਧਰ ਉੱਪਰ ਰਿਵਿਊ ਕਰੇਗੀ। ਬਸਪਾ ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਨੇ ਕਿਹਾ ਕਿ ਵਰਕਰਾਂ ਅੰਦਰ ਜੋਸ਼ ਭਰਨ ਲਈ ਸੰਮੇਲਨ ਕੀਤੇ ਜਾ ਰਹੇ ਹਨ। ਖੰਨਾ ਅੰਦਰ ਪਹਿਲਾ सम्मेलन से मालवे अंदर 2 और दुआबा अंदर 1 सम्मेलन होगा। ये पूरे पंजाब में हम लोग 3 सम्मेलन करेंगे, 2 मालवा में और 1 दुआबा में। ये वर्कर सम्मेलन 2024 की तैयारी के लिए है। लोकसभा की तैयारी में हम लोग जुट चुके हैं और अपने वर्कर को इकट्ठा करने के लिए तैयार कर रहे हैं। उनके में जोश भरने के लिए हमारा एक वर्कर दोबारा खड़ा हो चुका और एक वर्कर दोबारा जोश से नए तैयारी के साथ, नए जोश के साथ, नई निष्ठा और ईमानदारी के साथ 2024 की तैयारी में लग चुका है। आदरणीय बहन जी को प्रधानमंत्री बनाने के लिए बहुजन समाज पार्टी के लिए तत्पर है। बहुजन समाज पार्टी के संस्थापक बामसेफ DS4 के संस्थापक साहब कांशी राम जी का प्री निर्वाण दिवस मनाया गया। बहुजन समाज पार्टी वालों विशाल वर्कर सम्मेलन किया गया और मानयोग भैन कुमारी मायावती जी का संदेश पंजाब के इंचार्ज श्री रणधीर सिंह बैनीवाल जी के माध्यम तो असी सुनिया कि पूरे का पूरा जिहड़ा ध्यान है बहुजन समाज पार्टी का जिहड़ा संगठन हुआ वो विधान सभा दे विच असी रिव्यू कर चुके हैं, जिलियां च रिव्यू कर चुके हैं, स्टेट रिव्यू कर चुके हैं। हुण असी सैक्टर लैवल का जिहड़ा ढांचा आ एक हल्के के 20 सैक्टर ने और बूथ कमेटियां का जिहड़ा प्रोग्राम है वो पंजाब दे विच असी 6 दसंबर तक का सानूं टीचा मिलिया। असी पूरी पार्टी जिहड़ी आ अज वर्कर सम्मेलन च अहद लिया कि पिंड पिंड जिहड़ियां यूनिटां आ वो संगठन है उहनूं असी रिव्यू कर रहे हैं। गिदड़बाहा हजरत मौलाना मुफ्ती मोहम्मद इमरान साहिब कासमी दारुल
ਅਲੂਮ ਦੇਵਬੰਦ ਨੇ ਅੱਜ ਸਥਾਨਕ ਲੰਬੀ ਫਾਟਕ ਦੇ ਨਜ਼ਦੀਕ ਸਥਿਤ ਜਾਮਾ ਮਸਜਿਦ ਵਿਖੇ ਸ਼ਿਰਕਤ ਕੀਤੀ। ਇਸ ਮੌਕੇ ਜਾਮਾ ਮਸਜਿਦ ਦੇ ਮੌਲਾਨਾ ਸ਼ਮਸੁਦੀਨ ਇਮਾਮ ਅਤੇ ਇੰਤਜ਼ਾਮੀਆ ਕਮੇਟੀ ਵੱਲੋਂ ਮੌਲਾਨਾ ਮੁਫਤੀ ਮੁਹੰਮਦ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਵਿੱਚ हजरत मौलाना मुफ्ती मोहम्मद इमरान साहिब कासमी ने सब नूं मिल के रहन, नशियां तो दूर रहन, वड्डियां दा सत्कार अते छोटियां नाल प्यार करन दा सुनेहा दिता। जैसे कि इमाम साहब ने मान तारुफ कराया है, खैर ये तारुफ तो उन्होंने कुछ ज़्यादा कराया, लेकिन मकसद सिर्फ ये है मौलाना वज़ीर साहब के दावत पे आने में, यहाँ इधर भी चारों तरफ और अभी मालकोटला जाना है। सिर्फ ये है कि जो जगह जगह मुसलमान थोड़े थोड़े रह रहे हैं वो किस अंदाज से रह रहे हैं, उनका रहन सहन क्या है, फिर इनको असल पैगाम दे दिया जाए कि इस्लाम का असल पैगाम क्या है। और वो पैगाम है भाईचारा, जोड़ का काम, जिसको अल्लाह के रसूल ने जगह जगह बताया कि जोड़ से रहना है, एक दूसरे के एहतराम और दुख दर्द में शरीक रहना है। लेकिन मैंने यहाँ आकर देखा कि जितने बिरादर वाले हैं इनकी बातें सुनी हैं, सबकी बहुत साथ दिया है। इन थोड़े थोड़े दो दो चार चार मुसलमान जहाँ बैठे हुए हैं, बहुत खुशी हो रही है, इतना तस्वुर पहले नहीं था। अबोहर विखे आरएसएस वालों संगठन के स्थापना दिवस ਨੂੰ ਸਮਰਪਿਤ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਗਠਨ ਦੇ ਆਗੂਆਂ ਨੇ ਦੱਸਿਆ ਕਿ ਆਰਐਸਐਸ ਦੀ ਸਥਾਪਨਾ ਸਨ 1925 ਨੂੰ ਦੁਸ਼ਹਿਰੇ ਮੌਕੇ ਹੋਈ ਸੀ, ਜਿਸ ਕਰਕੇ ਉਹਨਾਂ ਵੱਲੋਂ ਹਰ ਸਾਲ ਦੁਸ਼ਹਿਰੇ ਮੌਕੇ ਸੰਗਠਨ ਦਾ ਸਥਾਪਨਾ ਦਿਵਸ ਮਨਾਇਆ ਜਾਂਦਾ ਹੈ। ਇਸ ਵਾਰ ਵੀ ਉਹਨਾਂ ਵੱਲੋਂ ਆਰਐਸਐਸ ਦਾ ਸਥਾਪਨਾ ਦਿਵਸ 5 ਅਕਤੂਬਰ ਨੂੰ ਮਨਾਇਆ ਜਾਣਾ ਸੀ, ਪਰ ਕੁਝ ਕਾਰਨਾਂ ਕਰਕੇ ਅਤੇ ਉਹਨਾਂ ਦੇ ਸੰਗਠਨ ਦੇ फैसले मुताबिक यह एतवार 9 अक्टूबर ਨੂੰ छुट्टी होने करके मनाया जा रहा है। तो में विजयादशमी इस दिन जो है राष्ट्रीय स्वयंसेवक संघ की स्थापना हुई थी 1925 में, इसलिए विजयादशमी का उत्सव हम प्रत्येक विजयादशमी को पूरे भारत के अंदर मनाया जाता है। चूँकि हमारी यहाँ पे स्थानीय व्यवस्था थी कि 5 तारीख को जो है वो एक वर्किंग डे था, इसलिए जिला टोली निश्चित करती है सभी कार्यकर्ता है कि 9 तारीख को यानी आज वो रविवार के कितने स्वयंसेवक कहाँ के स्वयंसेवकों ने भाग लिया? जिला फाजिलका में 440 गांव है। 440 गांवों से आज लगभग 1200 के लगभग स्वयंसेवक आज उपस्थित हुए हैं। पूर्ण गणवेश में उनकी संख्या अधिक भी हो सकती है, लेकिन जो ड्रेस के अंदर जो है वो लगभग 1200 लोग होंगे। तो पथ संचलन कहाँ से कहाँ तक होगा? पथ संचलन जो है वो 2 हिस्सों के अंदर, एक तो गौशाला से होके और वाल्मीकि चौक तक जाएगा, और एक बस स्टैंड से होके वो भी वाल्मीकि चौक पर मिलकर फिर अंत में वापस आएगी। क्या जाएंगे आज के दिन? आज के दिन जैसे कि हमारे प्रांत प्रचारक मुख्य वक्ता जी ने कहा कि 3 P के ऊपर स्वयंसेवक आज प्रमुख रूप से काम कर रहे हैं। वो पर्यावरण है, वो प्लास्टिक, सिंगल यूज़ प्लास्टिक को यूज़ नहीं करना, और पर्यावरण के लिए अधिक से अधिक पेड़ लगाना। 3 बातें ये, और अपनी पारिवारिक संस्था जो है उसमें संस्कार बढ़ें और लोग उस संस्था को, पारिवारिक संस्था जो कि भारतीय संस्कृति की एक आधारभूत मानी जाती है, तो उसमें लोग अपने आदर्शों के ऊपर चलकर और अपनी परंपराओं को ध्यान में रखते हुए उस संस्था को मजबूत करें। और सामाजिक समरसता अर्थात समाज के अंदर भेदभाव वह मिटे। आज स्वामी विवेकानंद कॉलेज विखे गजल के बादशाह स्वर्गवासी जगजीत सिंह की याद विच संगीत गजल समारोह करवाया गया। इस समारोह विच विशेष तौर पर राजपुरा तो विधायक मैडम नीना मित्तल पहुंचे। विधायक नीना मित्तल ने कहा कि स्वामी विवेकानंद कॉलेज दे विचों विद्यार्थी MLA ते मंत्री बन के निकले हैं। उन्होंने कहा कि साडे हलके दी मान वाली गल है कि कैबिनेट मंत्री मीत हेर समेत होर MLA इथों चंगी सिक्ख्या हासिल करके चंगा मुकाम हासिल कर पंजाब सरकार विच काम कर रहे हैं। बहुत अच्छा लग रहा थे महफिल विच आके। जगजीत सिंह जी नूं एक श्रद्धांजलि है, और सब तो ये बड़ा योगदान, और मैं थैंक्स तो करूँगी चेयरमैन साहब का, क्योंकि देखो चेयरमैन साहब एक इंस्टीट्यूट चला रहे हैं, पर जो उन्होंने दिल में इदा इस म्यूजिक प्रति भावनावां ना होण तो इदा के प्रोग्राम नहीं हो सकते। ਇਹ खुद इंटरस्ट लेंदे ने, और अज अंदर जाके लग रहा सीगा कि वाकई इत्थे जिवें जगजीत सिंह जी खुद आए हुए ने। उन्हां दी गज़ल सुन के मैं बल्कि होर भी बैठना चाहती सी, पर मेरा अज थोड़ी जी मीटिंग्स ने, इस करके मैंने जाना पऊगा। और मैं यही कहूँगी कि आई थिंक राजपुरा विच तां मैं फस्ट टाइम इदां दा प्रोग्राम देखिया। अज जिवें सर ने अनाउंस किया है कि बहुत जल्दी मुहम्मद रफ़ी नाइट भी होएगी,
ਤਾਂ ਸਾਡੇ ਲਈ ਬੜਾ ਖੁਸ਼ੀ ਦੀ ਗੱਲ ਹੈ ਕਿ ਰਾਜਪੁਰੇ ਵਿੱਚ ਮਿਊਜ਼ੀਕਲ ਨਾਈਟ ਹੋਏਗੀ ਔਰ ਮੁਹੰਮਦ ਰਫੀ ਜੀ ਨੂੰ ਯਾਦ ਕੀਤਾ ਜਾਏਗਾ। ਜੋ ਸਾਡੀ ਏਜ ਦੇ ਲੋਕ ਹੈ ਜਾਂ ਪੁਰਾਣੇ ਲੋਕ, ਉਹਨਾਂ ਨੂੰ ਤਾਂ ਮੁਹੰਮਦ ਰਫੀ ਜੀ ਦੇ ਸੌਂਗਸ ਵੈਸੇ ਹੀ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ, ਤਾਂ ਲੋਕ ਬੜਾ ਵੱਧ ਚੜ੍ਹ ਕੇ ਹਿੱਸਾ ਦੇਣਗੇ। ਔਰ ਨਾਲ ਮੈਂ ਸਰ ਨੂੰ ਵੈਸੇ ਪਰਮਾਤਮਾ ਵੱਲੋਂ ਹਰ ਪਾਸੋਂ ਸੰਪੂਰਨ ਨੇ, ਫਿਰ ਵੀ ਮੈਂ ਸਰ ਨੂੰ ਕਹਿੰਦੀ ਹਾਂ ਕਿ ਅਗਰ ਕੋਈ ਸਰਕਾਰ ਤੋਂ ਜ਼ਰੂਰਤ ਹੈ ਤਾਂ ਅਸੀਂ ਹਰ ਟਾਈਮ ਹਾਜ਼ਰ ਹਾਂ। ਜੇ ਮੈਂ ਅੱਜ ਇੱਥੇ ਖੜੀ ਹਾਂ, ਅੱਜ ਮੈਂ ਐਜ਼ ਏ MLA ਇੱਥੇ ਆਈ ਹਾਂ, ਤਾਂ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਚੇਅਰਮੈਨ ਸਾਹਿਬ ਦਾ, ਇਹਨਾਂ ਦਾ ਮੈਂ ਥੈਂਕਸ ਕਰਦੀ ਹਾਂ। ਕਿਉਂਕਿ ਜਦੋਂ ਮੈਂ ਇੱਥੇ ਕਾਲਜ 'ਚ ਆਈ ਸੀ ਇਲੈਕਸ਼ਨਸ ਤੋਂ ਪਹਿਲਾਂ, ਤਾਂ ਇਹਨਾਂ ਨੇ, ਚੇਅਰਮੈਨ ਸਾਹਿਬ ਨੇ, ਪੂਰੀ ਮੈਨੇਜਮੈਂਟ ਨੇ, ਸਟੂਡੈਂਟਸ ਨੇ ਮੈਨੂੰ ਇੱਕ ਭਰੋਸਾ ਦਵਾਇਆ ਸੀ ਕਿ ਜੀ ਤੁਸੀਂ ਅੱਗੇ ਚੱਲੋ, ਅਸੀਂ ਸਾਰੇ ਤੁਹਾਡੇ ਨਾਲ ਹਾਂ। ਅੱਜ ਇਹਨਾਂ ਦੇ ਆਸ਼ੀਰਵਾਦ ਨਾਲ, ਪਰਮਾਤਮਾ ਦੇ ਆਸ਼ੀਰਵਾਦ ਨਾਲ ਅੱਜ ਮੈਂ ਇੱਥੇ ਹਾਂ। ਤਾਂ ਮੇਰੀ ਇੱਕੋ ਹੀ ਦਿਲ ਦੀ ਤਮੰਨਾ ਹੈ ਕਿ ਇੱਦਾਂ ਦੇ ਇੰਸਟੀਚਿਊਟ ਬਹੁਤ ਉਚਾਈਆਂ 'ਤੇ ਜਾਣ। ਇਹਦੇ ਲਈ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ, ਦਿਨ ਰਾਤ ਅਸੀਂ ਸਹਿਯੋਗ ਦੇਵਾਂਗੇ। ਔਰ ਜੋ ਪਬਲਿਕ ਨੇ ਮੈਨੂੰ ਮਾਣ ਦਿੱਤਾ ਹੈ, ਉਹਦੇ ਲਈ ਮੈਂ 24 ਘੰਟੇ ਹਾਜ਼ਰ ਹਾਂ। ਦੇਖੋ, ਸਾਡੇ ਨਾ ਜਿਹੜਾ ਇੰਸਟੀਚਿਊਟ ਦੇ ਵਿੱਚ ਪ੍ਰੋਫੈਸ਼ਨਲ ਕੋਰਸ ਚੱਲਦੇ ਹਨ ਸਾਰੇ, ਔਰ ਇਹਨਾਂ ਕੋਰਸਾਂ ਦੇ ਵਿੱਚ ਜੇ ਅਸੀਂ ਇਕੱਲੀ ਸਟੱਡੀ ਵੱਲ ਹੀ ਧਿਆਨ ਰੱਖੀਏ ਤਾਂ ਬੜਾ ਸਟ੍ਰੈਸ ਬੱਚਿਆਂ ਦੇ ਉੱਤੇ ਹੁੰਦਾ ਹੈ, ਤੇ ਉਸ ਸਟ੍ਰੈਸ ਨੂੰ ਰਿਲੀਜ਼ ਕਰਨ ਵਾਸਤੇ ਮੇਰੇ ਇੱਥੇ ਕੋਈ ਨਾ ਕੋਈ ਮਿਊਜ਼ੀਕਲ ਪ੍ਰੋਗਰਾਮ, ਸੰਗੀਤਮਈ ਪ੍ਰੋਗਰਾਮ ਜਾਂ ਸਪੋਰਟਸ ਨਾਲ ਰਿਲੇਟਡ ਪ੍ਰੋਗਰਾਮ ਹੁੰਦੇ ਰਹਿੰਦੇ ਹੈ। ਉਸੇ ਦਾ ਇੱਕ ਪਾਰਟ ਹੈ ਸਾਡੇ ਕਾਲਜ ਦੇ ਵਿੱਚ ਹਰ ਸਾਲ ਇੱਕ ਸਟਾਰ ਨਾਈਟ ਹੋਇਆ ਕਰਦੀ ਹੈ, ਜਿਹਦੇ ਵਿੱਚ ਸਾਡੇ ਵੱਡੇ ਤੋਂ ਵੱਡੇ ਸਟਾਰ, ਚਾਹੇ ਉਹ ਸਰਤਾਜ ਮਾਨ ਹਨ, ਚਾਹੇ ਉਹ ਗੁਰਦਾਸ ਮਾਨ ਹਨ, ਈਵਨ ਸਾਡਾ ਹੀ ਸਟੂਡੈਂਟ ਹੈ ਇੱਕ ਅੰਮ੍ਰਿਤ ਮਾਨ ਔਰ ਰਣਜੀਤ ਬਾਵਾ, ਵਾਰਿਸ਼ ਬ੍ਰਦਰ, ਬੜੇ ਸਾਡੇ ਪ੍ਰੋਗਰਾਮ ਹਰ ਸਾਲ ਪ੍ਰੋਗਰਾਮ ਦੇ ਉੱਤੇ ਆਉਂਦੇ ਰਹਿੰਦੇ ਹੈ। ਉਸੇ ਦਾ ਇੱਕ ਪਾਰਟ ਹੈ। ਅਤੇ ਮੈਮ ਨੀਨਾ ਮਿੱਤਲ ਨੇ ਤਾਂ ਜਾ ਕੇ ਸਾਡੇ ਬੱਚਿਆਂ ਦਾ ਇੰਨਾ ਹੌਸਲਾ ਵਧਾਇਆ, ਸਾਨੂੰ એનર્ਜੀ ਮਿਲੀ ਹੈ ਕਿ ਸਾਡੇ ਇੱਕ ਛੋਟੇ ਜਿਹੇ ਸੁਨੇਹੇ ਤੇ ਸਾਡੇ ਕਾਲਜ ਦੇ ਵਿੱਚ ਆਏ ਹੈ ਔਰ ਬਹੁਤ ਅੱਛਾ ਲੱਗ ਰਿਹਾ ਜੀ। ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਭਗਵਾਨ ਵਾਲਮੀਕੀ ਜੀ ਦੇ ਸੰਬੰਧ ਵਿੱਚ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਸਾਰੇ ਸ਼ਹਿਰ ਵਿੱਚੋਂ ਦੀ ਹੋ ਕੇ ਨਿਕਲੀ ਤੇ ਜਗ੍ਹਾ ਜਗ੍ਹਾ ਸ਼ਰਧਾਲੂਆਂ ਨੇ ਜ਼ੋਰਦਾਰ ਸਵਾਗਤ ਕੀਤਾ ਤੇ ਲੰਗਰ ਵੀ ਲਗਾਏ ਗਏ। ਇਸ ਖਾਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਖਾਸ ਤੌਰ ਤੇ ਹਾਜ਼ਰ ਸਨ। ਪੰਜਾਬ ਵਿੱਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਗੜਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਰੋੜੀ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਹਲਕੇ ਦੇ ਪਿੰਡਾਂ ਵਿੱਚ 25 ਜ਼ਰੂਰਤਮੰਦ ਲੋਕਾਂ ਨੂੰ ਪੱਕੇ ਮਕਾਨ ਬਣਾਉਣ ਲਈ ਚੈੱਕ ਵੰਡੇ ਗਏ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਪੰਜਾਬ ਦੇ ਵਿੱਚ ਕੱਚੇ ਮਕਾਨ ਅਤੇ ਕੱਚੇ ਮੁਲਾਜ਼ਮ ਨਹੀਂ ਰਹਿਣ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਦੀਵਾਲੀ ਦਾ ਤੋਹਫਾ ਦਿੰਦੇ ਹੋਏ 9000 ਦੇ ਕਰੀਬ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਹੈ ਤੇ ਅੱਜ ਜ਼ਰੂਰਤਮੰਦ ਲੋਕਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਚੈੱਕ ਵੰਡੇ ਗਏ ਹਨ। ਕਿ ਪੰਜਾਬ ਦੇ ਵਿੱਚ ਨਾ ਤਾਂ ਕੋਈ ਕੱਚਾ ਮਕਾਨ ਰਹਿਣ ਦੇਣਾ ਔਰ ਨਾ ਹੀ ਕੋਈ ਕੱਚਾ ਮੁਲਾਜ਼ਮ ਰਹਿਣ ਦੇਣਾ। ਕੱਲ ਉਹਨਾਂ ਨੇ ਬਹੁਤ ਵੱਡਾ ਫੈਸਲਾ ਕੀਤਾ ਹੈ ਪੰਜਾਬ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੇ ਕਿ ਜਿਹੜਾ ਟੀਚਰਸ ਡੇ ਤੇ ਐਲਾਨ ਕੀਤਾ ਸੀ ਕਿ ਲਗਭਗ 9000 ਦੇ ਕਰੀਬ ਜਿਹੜੇ ਕੱਚੇ ਅਧਿਆਪਕ ਸੀ ਉਹਨਾਂ ਨੂੰ ਪੱਕੇ ਕੀਤਾ ਹੈ, ਦੀਵਾਲੀ ਦਾ ਤੋਹਫਾ ਦਿੱਤਾ ਹੈ। ਔਰ ਜਿਹੜੇ ਲੋੜਵੰਦ ਪਰਿਵਾਰ ਸੀ ਅੱਜ ਅਸੀਂ ਉਹਨਾਂ ਨੂੰ ਜਿਹੜੇ ਆ ਸੈਂਕਸ਼ਨ ਲੈਟਰ ਜਿਹੜੇ ਆ ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਕੱਚੇ ਮਕਾਨਾਂ 'ਚ ਰਹਿ ਰਹੇ ਸੀ ਉਹਨਾਂ ਦੀ ਕਿਸ਼ਤ ਜਿਹੜੀ ਦਿੱਤੀ ਹੈ। ਔਰ ਗੜਸ਼ੰਕਰ ਹਲਕੇ ਦੇ ਵਿੱਚ ਜਿੰਨੇ ਵੀ ਪਿੰਡਾਂ ਦੇ ਵਿੱਚ ਸਾਡੇ ਲੋਕ ਰਹਿੰਦੇ ਨੇ ਜਿਹੜੇ ਲੋੜਵੰਦ ਨੇ ਉਹਨਾਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਕਿਸੇ ਦਾ ਵੀ ਇੱਕ ਵੀ ਮਕਾਨ ਜਿਹੜਾ ਆ ਉਹ ਕੱਚਾ ਨਹੀਂ ਰਹਿਣ ਦਿੱਤਾ ਜਾਊਗਾ। ਜੇਕਰ ਕਿਸੇ ਦੀ ਛੱਤ ਖਰਾਬ ਹੈ ਜਾਂ ਹੋਰ ਹੈ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਅਸੀਂ ਜ਼ਰੂਰ ਹੱਲ ਕਰਾਂਗੇ। ਅੱਜ ਮੇਰੇ ਨਾਲ ਸਾਡੇ ਵੱਖ-ਵੱਖ ਪਿੰਡਾਂ ਤੋਂ ਸਾਡੇ ਸਰਪੰਚ ਸਾਹਿਬ, ਪੰਚਾਇਤ ਮੈਂਬਰ, ਸਾਡੇ ਮੋਹਤਬਰ ਸੱਜਣ, ਉੱਥੇ ਹੀ ਮੈਂ ਧੰਨਵਾਦ ਕਰਦਾ ਵੀਡੀਓ ਦਫ਼ਤਰ ਦਾ, ਨਾਲ ਮੈਡਮ ਨੇ, ਸਾਡੇ ਬਾਕੀ ਸਟਾਫ ਸਾਰਾ ਪਹੁੰਚਿਆ ਔਰ ਵੱਖ-ਵੱਖ ਪਿੰਡਾਂ ਤੋਂ ਜਿਹੜੇ ਲੋੜਵੰਦ ਸੀ ਜਿਨ੍ਹਾਂ ਦੇ ਮਕਾਨਾਂ ਦੀ ਕਿਸ਼ਤ ਜਿਹੜੀ ਸੀਗੀ ਉਹ ਅੱਜ ਅਸੀਂ ਇਹਨਾਂ ਨੂੰ ਦਿੱਤੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ-ਜਿੱਥੇ ਜਿਹਦੀ ਕੋਈ ਜ਼ਰੂਰਤ ਹੋਗੀ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ। ਲਗਭਗ 25 ਪਰਿਵਾਰਾਂ ਨੂੰ ਦਿੱਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਕੱਲੇ-ਇਕੱਲੇ ਪਿੰਡ ਜਾਵਾਂਗੇ, ਇਕੱਲੇ-ਇਕੱਲੇ ਵਾਰਡ ਜਾਵਾਂਗੇ, ਇਕੱਲੀ-ਇਕੱਲੀ ਗਲੀ ਜਾਵਾਂਗੇ, ਕਿਉਂਕਿ 5 ਸਾਲ ਲੋਕਾਂ ਨੇ ਦਿੱਤੇ ਹੈ। 5 ਸਾਲ ਦੇ ਵਿੱਚ ਜਿੰਨੀਆਂ ਵੀ ਗੜਸ਼ੰਕਰ ਦੀਆਂ ਬਾਕੀ ਮੁਸ਼ਕਲਾਂ ਉਹ ਵੀ ਹੱਲ ਕਰਨੀਆਂ। ਉੱਥੇ ਜਿੱਥੇ ਕਿਸੇ ਨੂੰ ਵੀ ਜਦੋਂ ਬਾਰਿਸ਼ ਹੋਵੇ ਤਾਂ ਇਹ ਨਾ ਮਹਿਸੂਸ ਹੋਵੇ ਕਿ ਹਾਏ ਮੇਰੀ ਛੱਤ ਚੋਣ ਲੱਗੀ ਹੈ, ਇਹਦਾ ਹੱਲ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਜਲਦ। ਕਿਉਂਕਿ ਪਿਛਲੇ ਸਮੇਂ ਪੰਜਾਬ ਦਾ ਜਿੰਨਾ ਵੀ ਖਜ਼ਾਨਾ ਸੀ ਤੁਸੀਂ ਸਾਰੇ ਜਾਣਦੇ ਹੋ, ਪ੍ਰਾਈਵੇਟ ਪਲੇਅਰ ਸੀ, ਜਿਹੜੇ ਠੇਕੇਦਾਰ ਸੀ, ਉਹਨਾਂ ਦੇ ਘਰ ਜਾਂਦਾ ਸੀ। ਅੱਜ ਸਰਕਾਰ ਪਾਲਿਸੀ ਲੈ ਕੇ ਆ ਰਹੀ ਹੈ। ਸਾਡੀ ਕੋਸ਼ਿਸ਼ ਹੋਵੇਗੀ ਕਿ ਜਿਹੜਾ ਲੋਕਾਂ ਨੂੰ ਰੇਤਾ ਆ ਉਹ ਬਿਲਕੁਲ ਵਾਜਬ ਰੇਟ ਤੇ ਮਿਲੇ ਔਰ ਇਹਦੇ ਬਾਰੇ ਮੈਂ ਸਰਕਾਰ ਨਾਲ ਗੱਲ ਬਹੁਤ ਜਲਦ ਕਰਾਂਗਾ। ਸਰ ਪੰਜਾਬ ਗੜਸ਼ੰਕਰ ਵਾਸੀਆਂ ਲਈ ਤਾਂ ਮੈਂ ਇੱਕ ਬਹੁਤ ਵੱਡਾ ਦੀਵਾਲੀ ਦਾ ਤੋਹਫਾ ਦਿੱਤਾ ਸਾਡੀ ਸਰਕਾਰ ਨੇ। ਕੱਲ ਆਪਣੀ ਮੀਟਿੰਗ ਸੀਗੀ
ਕਮੇਟੀ ਘਰ ਬਹੁਤ ਵੱਡਾ ਇਤਿਹਾਸਕ ਫੈਸਲਾ ਲਿਆ ਕਿ ਜਿਹੜਾ ਲਗਭਗ 650 ਰੁਪਏ ਪ੍ਰਤੀ ਗੱਜ ਨਕਸ਼ਾ ਪਾਸ ਕਰਾਉਣ ਦੀ ਜਿਹੜੀ ਰੇਟ ਸੀ, ਉਹ ਕੱਲ ਪੰਜਾਬ ਸਰਕਾਰ ਨੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਗੜ੍ਹਸ਼ੰਕਰ ਦੇ ਵਿੱਚ ਸਿਰਫ 98 ਰੁਪਏ ਪ੍ਰਤੀ ਗੱਜ ਜਿਹੜਾ ਕਰ ਦਿੱਤਾ ਗਿਆ। ਲਗਭਗ ਤੁਸੀਂ ਸਮਝਦੇ ਹੋ ਕਿ ਬਹੁਤ ਵੱਡੀ ਰਾਹਤ ਹੈ। ਔਰ ਜਿਹੜਾ ਕਮਰਸ਼ੀਅਲ ਰੇਟ ਸੀਗਾ ਉਹ 650 ਤੋਂ ਘਟਾ ਕੇ ਜਿਹੜਾ ਲਗਭਗ 250 ਕਰ ਦਿੱਤਾ ਗਿਆ। ਕਹਿਣ ਦਾ ਭਾਵ ਤੁਸੀਂ ਸੋਚ ਸਕਦੇ ਹੋ ਕਿ ਜਿਹੜੀਆਂ ਇਲੀਗਲ ਇਮਾਰਤਾਂ ਬਣਦੀਆਂ ਸੀ ਬਿਨਾਂ ਨਕਸ਼ੇ ਤੋਂ, ਉਹਦਾ ਕਾਰਨ ਇਹ ਸੀ ਕਿ ਰੇਟ ਬਹੁਤ ਜ਼ਿਆਦਾ ਸੀ। 650 ਬਹੁਤ ਵੱਡੀ ਰਕਮ ਹੈ ਔਰ ਹਰ ਸਾਲ 10% ਉਹ ਰੇਟ ਵਧਦੇ ਸੀ, ਲੋਕਾਂ ਦੀ ਲੁੱਟ ਸੀ। ਕੱਲ ਫੈਸਲਾ ਕੀਤਾ ਔਰ ਲਾਗੂ ਕਰਾਂਗੇ ਹੁਣ ਕਿ ਜਿਹੜੇ 650 ਰੇਟ ਸੀ ਉਹ ਘਟਾ ਕੇ 98 ਰੁਪਏ ਕੀਤਾ ਗਿਆ, ਤਾਂ ਜੋ ਕਮੇਟੀ ਦੇ ਵਿੱਚ ਜਿਹੜੇ ਉਹਨਾਂ ਦੀ ਬਣਦੀ ਫੀਸ ਉਹ ਵੀ ਜਮ੍ਹਾਂ ਹੋਵੇ ਔਰ ਲੋਕਾਂ ਦੀ ਜਿਹੜੀ ਲੁੱਟ ਬੰਦ ਹੋਵੇ। ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਅਸਲਾ ਐਕਟ, ਲੁੱਟ ਖੋਹ, ਇਰਾਦਾ ਕਤਲ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਹੋਰ ਸੰਗੀਨ ਦੋਸ਼ਾਂ ਦੇ ਮਾਮਲਿਆਂ ਵਿੱਚ ਲੋੜੀਂਦੇ ਨੌਜਵਾਨ ਲਵਪ੍ਰੀਤ ਸਿੰਘ ਉਰਫ ਨਵੀ ਵਾਸੀ ਸੈਨਪੁਰ ਨੂੰ ਗ੍ਰਿਫਤਾਰ ਕਰ ਲਿਆ। ਨਵੀ ਤੇ ਵੱਖ-ਵੱਖ ਥਾਣਿਆਂ ਵਿੱਚ 15 ਦੇ ਕਰੀਬ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 9 ਮਾਮਲੇ ਥਾਣਾ ਸਿਟੀ ਗੁਰਦਾਸਪੁਰ ਵਿੱਚ ਹੀ ਦਰਜ ਹਨ। ਇਸੇ ਸਾਲ ਮਾਰਚ ਮਹੀਨੇ ਵਿੱਚ ਇਸ ਨੇ ਆਪਣੇ ਕੁਝ ਸਾਥੀਆਂ ਸਮੇਤ ਬਹਿਰਾਮਪੁਰ ਰੋਡ ਸਥਿਤ ਇੱਕ ਦੁਕਾਨ ਦੀ ਤੋੜ-ਫੋੜ ਕੀਤੀ ਤੇ ਫਾਇਰ ਵੀ ਕੀਤੇ ਸਨ। ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਸ਼੍ਰੀ ਦੀਪਕ ਲਾਹੌਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਲਗਾਤਾਰ ਕਾਰਵਾਈ ਚੱਲ ਰਹੀ ਹੈ ਪੁਲਿਸ ਵੱਲੋਂ, ਉਹਦੇ ਅਧੀਨ ਸਿਟੀ ਪੁਲਿਸ ਨੇ ਇੱਕ ਵਾਂਟਡ ਦੋਸ਼ੀ ਲਵਪ੍ਰੀਤ ਸਿੰਘ ਉਰਫ ਨਵੀ ਪੁੱਤਰ ਅਮਰੀਕ ਸਿੰਘ ਵਾਸੀ ਸੈਨਪੁਰ ਨੂੰ ਗ੍ਰਿਫਤਾਰ ਕੀਤਾ ਹੈ। 46 ਨੰਬਰ ਮੁਕੱਦਮਾ ਇਹਦੇ ਖਿਲਾਫ ਹੈ, ਜਿਸ ਦੇ ਵਿੱਚ ਇਹਦੀ ਗ੍ਰਿਫਤਾਰੀ ਪਈ। 307 ਆਰਮਜ਼ ਐਕਟ ਦਾ ਮੁਕੱਦਮਾ ਹੈ। ਕਿਹੜੇ ਮਾਮਲੇ 'ਚ ਹੈਗੇ ਨੇ ਤੇ ਕਦੋਂ ਦਾ ਪੀਓ ਹੈਗਾ ਇਹ? ਪੀਓ ਨਹੀਂ ਹੈ, ਵਾਂਟਡ ਆ, ਭਗੌੜਾ ਆ ਕਿੰਨੇ ਚਿਰ ਦਾ। ਇਹਨੂੰ ਪੀਓ ਕਾਰਵਾਈ ਨਹੀਂ ਪੂਰੀ ਹੋਈ, ਪਰ ਇਹਦੇ ਖਿਲਾਫ 15 ਮੁਕੱਦਮੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ। ਇਹਦੇ ਵਿੱਚ 9 ਮੁਕੱਦਮੇ ਇਹਦੇ ਵਿੱਚ ਸਿਟੀ ਦੇ ਵਿੱਚ ਦਰਜ ਨੇ, ਬਾਕੀ ਦੀਨਾਨਗਰ ਦੇ ਵਿੱਚ, ਕਾਨੂੰਨ ਵੱਖਰੇ ਥਾਣਿਆਂ ਦੇ ਵਿੱਚ, ਤਿੱਬੜ ਦੇ ਵਿੱਚ ਵੀ 2 ਮੁਕੱਦਮੇ ਦਰਜ ਨੇ। ਵਿੱਚ ਮੁਕੱਦਮੇ ਤੇ ਵੱਖ-ਵੱਖ ਤਰ੍ਹਾਂ ਦੇ ਮੁਕੱਦਮੇ ਦਰਜ ਨੇ। 307 ਅਟੈਂਪਟ ਟੂ ਮਰਡਰ ਦੇ ਮੁਕੱਦਮੇ ਦਰਜ ਨੇ, ਕੋਈ ਖੋਹ ਦਾ ਮੁਕੱਦਮੇ ਦਰਜ ਨੇ। ਇਹਦੇ ਤੇ ਮੋਸਟਲੀ ਇਹਦੇ ਤੇ ਇਹੋ ਮੁਕੱਦਮੇ ਦਰਜ ਨੇ। ਆਰਮਜ਼ ਐਕਟ ਦੇ 307 ਦੇ ਮੁਕੱਦਮੇ ਦਰਜ ਨੇ ਇਹਦੇ ਤੇ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਪਹੁੰਚੇ ਨਾਭਾ। ਗੱਡੀ 'ਚੋਂ ਨਹੀਂ ਉਤਰੇ, ਗੱਡੀ ਵਿੱਚ ਬੈਠ ਲੋਕਾਂ ਨਾਲ ਲਈਆਂ ਸੈਲਫੀਆਂ। 에ਅਰਫੋਰਸ ਡੇ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਨਾਂ ਪਹੁੰਚਣਾ ਕੋਈ ਵੱਡੀ ਗੱਲ ਨਹੀਂ। ਉਹਨਾਂ ਦਾ ਪਹਿਲਾਂ ਹੀ ਗੁਜਰਾਤ ਦਾ ਬਣਿਆ ਹੋਇਆ ਸੀ ਪ੍ਰੋਗਰਾਮ। ਇਹਨਾਂ ਗੱਲਾਂ ਦਾ ਜਵਾਬ ਤੁਰਦੀ ਗੱਡੀ ਵਿੱਚ ਹੀ ਮੰਤਰੀ ਸਾਹਿਬ ਜਵਾਬ ਦਿੰਦੇ ਰਹੇ। ਜਦੋਂ ਮੰਤਰੀ ਨੇ ਪੁੱਛਿਆ ਕਿ ਨਾਭਾ ਦੇ ਹਸਪਤਾਲ ਨੂੰ ਜਿੰਦੇ ਲੱਗ ਚੁੱਕੇ ਹਨ, ਕਿਹਾ ਜਲਦੀ ਹੀ ਸਾਰਾ ਕੁਝ ਕਰ ਦੇਗਾ ਠੀਕ। ਅੱਜ ਅਜੇ 6 ਮਹੀਨੇ ਹੀ ਹੋਏ ਹਨ। ਗੁਜਰਾਤ ਹਿਮਾਚਲ ਚੋਣਾਂ ਤੇ ਬੋਲਦੇ ਹੋਏ ਕਿਹਾ ਕਿ ਆਪ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਹੈ ਜਿਹੜੀ ਉਹਨੇ ਬਹੁਤ ਵੱਡੇ ਘਪਲੇ ਕਰੇ ਨੇ। ਉਹ ਆਪਦੀ ਜਾਨ 'ਚ ਹੁਣ ਆਪਦੀ ਜਾਨ ਬਚਾਉਣ ਵਾਸਤੇ ਬੀਜੇਪੀ 'ਚ ਭੱਜੇ ਜਾ ਰਹੇ ਨੇ, ਪਰ ਕੋਈ ਬਖਸ਼ਿਆ ਨਹੀਂ ਜਾਊਗਾ। ਜਿਹੜੇ ਪਿਛਲੇ ਲੰਬੇ ਸਮੇਂ ਜਿਨ੍ਹਾਂ ਨੇ ਉਰੇ ਰਾਜ ਕੀਤਾ ਔਰ ਪੰਜਾਬ ਦੇ ਲੋਕਾਂ ਦਾ ਪੈਸਾ ਆਪਦੀਆਂ ਜੇਬਾਂ 'ਚ ਪਾਇਆ, ਉਹ ਸਾਰਾ ਜਿਹੜਾ ਹੈਗਾ ਬਣਦੀ ਕਾਰਵਾਈ ਉਹਨਾਂ 'ਤੇ ਕੀਤੀ ਜਾਊ। ਤੁਸੀਂ ਆਪ ਹੀ ਦੇਖ ਲਓ ਕਿ ਕਿਵੇਂ ਬੀਜੇਪੀ ਦੀ ਝੰਗਾੜ ਨਿਕਲ ਰਹੀ ਹੈ, ਕਿਉਂਕਿ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣਨ ਜਾ ਰਹੀ ਹੈ। ਸੋ ਹਿਮਾਚਲ ਦੇ ਵਿੱਚ ਵੀ ਇਹੀ ਹੈ, ਹਰਿਆਣੇ ਦੇ ਵਿੱਚ ਵੀ ਹੈ। ਆਉਣ ਵਾਲੇ ਜਿੰਨੀਆਂ ਵੀ ਸਟੇਟਾਂ 'ਚ ਜਦੋਂ ਇਲੈਕਸ਼ਨ ਹੋਊਗੀ ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਪਰਚਮ ਹੈ ਉਹ ਲਹਿਰਾਊਗਾ। ਦੋਸਤੋ, ਇਸ ਸਨ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।